कि माना कि इस जिंदगी को और गुलजार ना कर सके, माना कि ना कर सके, कुछ खार काम तो हुए गुजरे जिधर से हम असी कुछ ते कीता ना। पहली वेव निकल गई और हम बच गए, जबकि बाहर मारकाट मची थी। हमें लगा वाह, हमारे गोलगप्पे चाट पकौड़ी ने हमारी इम्यूनिटी क्या बना दी है, हमें तो कुछ हो ही नहीं सकता। दहशत फैलाना तो बिल्कुल जायज नहीं है और दहशत ना फैले इसीलिए हम आज तक सफ़र कर रहे हैं, क्योंकि आज तक कोर्स बंद है बिल्कुल। ਤੇ ਜਿਹੜਾ ਡੈਲਟਾ ਵੇਰੀਐਂਟ ਹੈ, ਦੇਖੋ ਜਿਹੜਾ ਕਰੋਨਾ ਵਾਇਰਸ ਹੈ ਬਦਨਾਮ ਹੈ ਆਪਣਾ ਰੂਪ ਬਦਲ ਲਈ, ਤੇ ਬਾਈ ਨੇਚਰ ਸਾਰੇ ਆਰਐਨਏ ਵਾਇਰਸ ਨੇ ਮਿਊਟੇਟ ਕਰਦੇ ਹੀ ਕਰਦੇ ਨੇ। ਇਹ ਕਰੋਨਾ ਦੀ ਖਾਸੀਅਤ ਹੈ ਨਹੀਂ। ਮਾਸਕ ਪਾਉਣਾ ਬਹੁਤ ਜ਼ਰੂਰੀ ਸੀ, ਲੇਕਿਨ ਲੋਕ ਅਵੇਅਰ ਨਹੀਂ ਸੀ, ਜਿਸ ਕਰਕੇ ਸਰਕਾਰ ਨੂੰ ਬਹੁਤ ਸਖਤੀ ਦਾ ਕਦਮ ਲੈਣਾ ਪਿਆ। ਬੱਚਿਆਂ 'ਚ ਜਿਹੜੇ ਲੱਛਣ ਹੈ ਡੈਲਟਾ ਦੇ ਜਿਹੜੇ ਆਏ ਹੈ ਉਹ ਕੀ ਕਹਿੰਦੇ, ਬਿਕੋਜ਼ ਲੰਗਸ ਵਾਲੇ ਲੱਛਣ ਬਹੁਤ ਘੱਟ ਆਇਆ, ਬਿਕੋਜ਼ ਏਸ ਇਨਹਿਬਿਟਰਸ ਏਸ ਉਹ ਹੁੰਦੇ ਆ ਕੀ ਕਹਿੰਦੇ ਰਿਸੈਪਟਰਸ ਜਿਹੜੇ ਹੁੰਦੇ ਆ ਬੱਚਿਆਂ ਦੇ ਲੰਗਸ 'ਚ। ਤੇ ਯੋਗਾ ਇੱਕ ਇਸ ਤਰ੍ਹਾਂ ਦਾ ਮਾਧਿਅਮ ਹੈਗਾ ਕਿ ਜਿਹੜਾ ਕਿ ਤੁਹਾਡੀ ਨੈਚੁਰਲ ਇਮਿਊਨਿਟੀ ਬੂਸਟ ਕਰਦਾ ਹੈ। ਤੇ ਤੁਸੀਂ ਦੇਖਿਆ ਹੋਇਆ ਕਿ ਇਹ ਮਹਾਮਾਰੀ ਦੇ ਵਿੱਚ ਇਮਿਊਨਿਟੀ ਬੂਸਟਰਸ ਵੀ ਬਹੁਤ ਵਿਕੇ ਆ। ਆਰਟੀਫੀਸ਼ੀਅਲ ਇਮਿਊਨਿਟੀ ਬੂਸਟਰ ਸੀ ਜਿਹੜੇ ਆ ਖਾਓ ਜੀ, ਉਹ ਕਰੋ ਜੀ, ਇਹ ਕਰੋ ਜੀ, ਤੇ ਉਹ ਕਰਦੇ ਨੇ। ਲੇਕਿਨ ਜਿਹੜਾ ਬੈਸਟ ਹੈਗਾ ਉਹ ਹੈਗਾ ਕਿ ਆਪਣਾ ਤੁਸੀਂ ਯੋਗਾ ਕਰੋ। ਨਮਸਕਾਰ ਦੋਸਤੋ, ਸਵਾਗਤ ਹੈ ਤੁਹਾਡਾ ਹੌਟ ਨਿਊਜ਼ ਇੰਡੀਆ ਦੇ ਵਿੱਚ। ਮੈਂ ਹਾਂ ਤੁਹਾਡਾ ਕੁਮਾਰ ਅਮਿਤ। ਜਿੱਦਾਂ ਕਿ ਅਸੀਂ ਸਾਰੇ ਜਾਣਦੇ ਹਾਂ, ਕਰੋਨਾ ਮਹਾਮਾਰੀ, ਕਰੋਨਾ ਇੱਕ ਇਹੋ ਜਿਹਾ ਨਾਮ ਹੈ, ਇੱਕ ਛੋਟੇ ਬੱਚੇ ਤੋਂ ਲੈ ਕੇ ਵੱਡੇ ਬਜ਼ੁਰਗ ਤੱਕ ਅੱਜ ਦੀ ਡੇਟ 'ਚ ਅਗਰ ਗੱਲ ਕਰੀਏ ਤੇ ਕਰੋਨਾ ਤੋਂ ਹਰ ਕੋਈ ਵਾਕਿਫ ਹੈ। ਸ਼ਾਇਦ ਹੀ ਕੋਈ ਇਹੋ ਜਿਹਾ ਘਰ ਹੋਏਗਾ ਜਿੱਥੇ ਕਰੋਨਾ ਨੇ ਆਪਣੀ ਦਸਤਕ ਨਹੀਂ ਦਿੱਤੀ। ਬਹੁਤ ਸਾਰੇ ਘਰਾਂ ਦੇ ਵਿੱਚ ਇਹਦਾ ਭਿਆਨਕ ਰੂਪ ਦੇਖਣ ਨੂੰ ਮਿਲਿਆ ਤੇ ਬੜੇ ਹੀ ਸਾਡੇ ਕਰੀਬੀ ਸਾਨੂੰ ਵਿਛੋੜਾ ਦੇ ਕੇ ਚਲੇ ਗਏ। ਮੌਜੂਦਾ ਸਮੇਂ ਦੇ ਵਿੱਚ ਆਪਾਂ ਅਗਰ ਗੱਲ ਕਰੀਏ ਤੇ ਕਰੋਨਾ ਦੀ ਤੀਜੀ ਲਹਿਰ ਨੂੰ ਲੈ ਕੇ ਬਹੁਤ ਸਵਾਲ ਜਵਾਬ ਕੀਤੇ ਜਾ ਰਹੇ ਨੇ। ਕਰੋਨਾ ਦਾ ਇੱਕ ਨਵਾਂ ਵੇਰੀਐਂਟ ਹੈ ਡੈਲਟਾ। ਡੈਲਟਾ ਇੱਕ ਇਹੋ ਜਿਹਾ ਸ਼ਬਦ ਹੋ ਗਿਆ ਹੁਣ ਹਰ ਕਿਸੇ ਦੀ ਜ਼ੁਬਾਨ ਤੇ ਡੈਲਟਾ ਵੇਰੀਐਂਟ ਦਾ ਨਾਮ ਹੈ। ਜੇ ਆਪਾਂ ਡੈਲਟਾ ਵੇਰੀਐਂਟ ਦੀ ਗੱਲ ਕਰੀਏ ਤੇ ਡੈਲਟਾ ਕੋਵਿਡ-19 ਵੇਰੀਐਂਟ ਜਿਹੜਾ ਹੈਗਾ ਹੁਣ ਤੱਕ ਲਗਭਗ 111 ਦੇਸ਼ਾਂ ਵਿੱਚ ਪਾਇਆ ਜਾ ਚੁੱਕਾ ਹੈ। ਪੂਰੇ ਵਿਸ਼ਵ ਵਿੱਚ ਇਹ ਬੜੀ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਨਾਲ ਮੌਤਾਂ ਦਾ ਆંકੜਾ ਵੀ ਕਾਫੀ ਵੱਧ ਚੁੱਕਾ ਹੈ। WHO ਦੀ ਰਿਪੋਰਟ ਦੇ ਅਨੁਸਾਰ ਅਗਰ ਆਪਾਂ ਦੇਖੀਏ ਤੇ ਅਫਗਾਨਿਸਤਾਨ, ਨਾਈਜੀਰੀਆ ਤੇ ਐਕਵਾਡੋਰ ਅਜਿਹੇ 15 ਦੇਸ਼ਾਂ ਦੇ ਵਿੱਚ ਸ਼ਾਮਲ ਨੇ ਜਿੱਥੇ ਪਿਛਲੇ ਹਫ਼ਤੇ ਇਸ ਵਾਇਰਸ ਦਾ ਪਹਿਲਾ ਕੇਸ, ਭਿਆਨਕ ਕੇਸ ਜਿਹੜਾ ਪਾਇਆ ਗਿਆ। ਆਉਣ ਵਾਲੇ ਕੁਝ ਮਹੀਨਿਆਂ ਵਿੱਚ ਹੋਰ ਦੇਸ਼ਾਂ ਵਿੱਚ ਵੀ ਇਹ ਬੜੀ ਤੇਜ਼ੀ ਨਾਲ ਫੈਲਣ ਦੀ ਗੱਲ ਕੀਤੀ ਜਾ ਰਹੀ ਹੈ। ਪੂਰੇ ਵਿਸ਼ਵ ਦੀ ਗੱਲ ਕਰੀਏ ਤਾਂ ਹੁਣ ਤੱਕ ਲਗਭਗ 188.2 ਮਿਲੀਅਨ ਕੋਵਿਡ ਕੇਸ ਸਾਹਮਣੇ ਆ ਚੁੱਕੇ ਹੈ ਅਤੇ ਇਸ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ ਲਗਭਗ 4.05 ਮਿਲੀਅਨ ਹੈ। ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਵੀ ਇਹ ਕੋਈ ਛੋਟਾ ਮੋਟਾ ਅੰਕੜਾ ਨਹੀਂ, ਬਹੁਤ ਵੱਡਾ ਅੰਕੜਾ ਹੈ। ਵਿਸ਼ਵ ਦੀ ਕੁੱਲ ਆਬਾਦੀ ਦੀ ਅਗਰ ਆਪਾਂ ਗੱਲ ਕਰੀਏ ਤਾਂ ਉਸ ਵਿੱਚੋਂ 3.49 ਬਿਲੀਅਨ ਲੋਕਾਂ ਨੂੰ ਇਸ ਕਰੋਨਾ ਦੀ ਵੈਕਸੀਨ ਹੁਣ ਤੱਕ ਲੱਗ ਚੁੱਕੀ ਹੈ। ਕਰੋਨਾ ਨਾਲ ਸਭ ਤੋਂ ਜ਼ਿਆਦਾ ਅਗਰ ਕੋਈ ਮੁਲਕ ਪ੍ਰਭਾਵਿਤ ਹੋਇਆ ਤੇ ਉਹ ਅਮਰੀਕਾ ਹੈ, ਜਿਸ ਵਿੱਚ ਕੁੱਲ 3,39,46,217 ਲੋਕ ਕਰੋਨਾ ਪੋਜ਼ਿਟਿਵ ਪਾਏ ਗਏ ਅਤੇ 6,08,104 ਲੋਕਾਂ ਦੀ ਜਾਨ ਵੀ ਇਸ ਜਾਨਲੇਵਾ ਬਿਮਾਰੀ ਦੇ ਨਾਲ ਗਈ। ਦੋਸਤੋ, ਅੱਜ ਅਸੀਂ ਹੌਟ ਨਿਊਜ਼ ਇੰਡੀਆ ਵੱਲੋਂ ਇੱਕ ਖਾਸ ਉਪਰਾਲਾ ਕੀਤਾ। ਇੱਕ ਅਸੀਂ ਖਾਸ ਪ੍ਰੋਗਰਾਮ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਏ ਹਾਂ। ਸਵਾਲ ਤੁਹਾਡੇ, ਜਵਾਬ ਸਾਡੇ। ਹਾਂਜੀ, ਕਿਉਂਕਿ ਕੁਝ ਸਵਾਲ ਹਰ ਇੱਕ ਦੇ ਮਨ ਵਿੱਚ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦਾ ਜਵਾਬ ਉਹਨਾਂ ਨੂੰ ਸ਼ਾਇਦ ਨਹੀਂ ਮਿਲਦਾ, ਜਾਂ ਉਹ ਅੱਧਾ ਜਵਾਬ ਮਿਲਦਾ ਹੈ ਤੇ ਉਹ ਅੱਧੇ ਜਵਾਬ ਦੇ ਨਾਲ ਕਈ ਵਾਰ ਆਪਾਂ ਕਹਿੰਦੇ ਹਾਂ ਵੀ ਕਈ ਘਾਤਕ ਚੀਜ਼ਾਂ ਹੋ ਸਕਦੀਆਂ। ਇਸ ਡੈਲਟਾ ਵੇਰੀਐਂਟ ਦੇ ਬਾਰੇ ਕਈ ਗੱਲਾਂ ਕਹੀਆਂ ਗਈਆਂ, ਉਹਨਾਂ ਨੂੰ ਅੱਜ ਆਪਾਂ ਤੁਹਾਡੇ ਨਾਲ ਉਹਦੇ ਬਾਰੇ ਕਈ ਗੱਲਾਂ ਸਾਂਝੀਆਂ ਕਰਾਂਗੇ। ਇਸ ਦੇ ਲਈ ਖਾਸ ਤੌਰ ਤੇ ਅੱਜ ਕੁਝ ਸ਼ਹਿਰ ਦੇ ਚੁਣਿੰਦਾ ਜਿਹੜੇ ਹਸਤੀਆਂ ਨੇ ਉਹਨਾਂ ਦਾ ਇੱਕ ਪੈਨਲ ਮਾਡਲ ਟਾਊਨ ਪਾਰਕ ਦੇ ਵਿੱਚ ਅੱਜ ਅਸੀਂ ਉਪਸਥਿਤ ਹੋਏ ਹਾਂ। ਜਿੱਦਾਂ ਕਿ ਤੁਸੀਂ ਸਾਰੇ ਦੇਖ ਸਕਦੇ ਹੋ ਵੀ ਇਹ ਇੱਕ ਬਹੁਤ ਹੀ ਸ਼ਹਿਰ ਦਾ ਜਾਣਿਆ ਮੰਨਿਆ ਪਰਮੰਨਿਆ ਇੱਕ ਬਹੁਤ ਹੀ ਵਧੀਆ ਪਾਰਕ ਹੈ।
ਮਾਡਲ ਟਾਊਨ ਦੇ ਕਾਉਂਸਲਰ ਸ਼੍ਰੀਮਤੀ ਅਰੁਣਾ ਅਰੋੜਾ ਜੀ ਜਿਹੜੇ ਇਸ ਇਲਾਕੇ ਦੇ ਪਾਰਸ਼ਦ ਨੇ ਔਰ ਇਹਨਾਂ ਦੇ ਔਰ ਜੇਬੀ ਸਿੰਘ ਚੌਧਰੀ ਹੋਣਾ ਦੇ ਪ੍ਰਯਾਸਾਂ ਦੇ ਨਾਲ ਇਹ ਪਾਰਕ ਜਿਹੜਾ ਹੈ ਨਾ ਕੇਵਲ ਜਲੰਧਰ ਬਲਕਿ ਪੂਰੇ ਪੰਜਾਬ ਦੇ ਵਿੱਚ ਆਪਣੇ ਆਪ 'ਚ ਇੱਕ ਅਨੋਖੀ ਮਿਸਾਲ ਦੇ ਰੂਪ ਦੇ ਵਿੱਚ ਜਾਣਿਆ ਜਾਂਦਾ ਹੈ। ਅੱਜ ਦੇ ਇਸ ਪੈਨਲ ਦੇ ਵਿੱਚ ਸਾਡੇ ਕੋਲ ਸ਼ਹਿਰ ਦੇ ਇੱਕ ਬੜੇ ਉੱਘੇ ਇੰਡਸਟਰੀਲਿਸਟ ਤੇ ਸੋਸ਼ਲ ਵਰਕਰ ਜੇਬੀ ਸਿੰਘ ਚੌਧਰੀ ਜੀ ਸਾਡੇ ਨਾਲ ਉਪਸਥਿਤ ਨੇ। ਸ਼੍ਰੀਮਨ ਹਸਪੀਟਲ ਤੋਂ ਛਾਤੀ ਰੋਗ ਦੇ ਵਿਸ਼ੇਸ਼ज्ञ ਫਿਜ਼ੀਸ਼ੀਅਨ ਡਾਕਟਰ ਅਰੁਣ ਲਖਨਪਾਲ ਜੀ ਵੀ ਸਾਡੇ ਨਾਲ ਅੱਜ ਸ਼ਾਮਲ ਹੋਏ ਨੇ। ਸਵਾਗਤ ਹੈ ਜੀ ਤੁਹਾਡਾ। ਬੱਚਿਆਂ ਬਾਰੇ ਬਹੁਤ ਕੁਝ ਕਿਹਾ ਜਾ ਰਿਹਾ ਹੈ ਵੀ ਜਿਹੜਾ ਇੱਕ ਤੀਜੀ ਲਹਿਰ ਹੈ ਬੱਚਿਆਂ ਤੇ ਅਸਰ ਕਰੇਗੀ, ਇਸ ਲਈ ਸਾਡੀ ਇਹ ਡਿਸਕਸ਼ਨ ਤਦ ਤੱਕ ਕੰਪਲੀਟ ਨਹੀਂ ਹੋ ਸਕਦੀ ਜਦ ਤੱਕ ਚਾਈਲਡ ਸਪੈਸ਼ਲਿਸਟ ਕੋਈ ਬੱਚਿਆਂ ਦੇ ਵਿਸ਼ੇਸ਼ज्ञ ਡਾਕਟਰ ਸਾਡੇ 'ਚ ਸ਼ਾਮਲ ਨਾ ਹੋਣ। ਤੇ ਮਲਹੋਤਰਾ ਚਿਲਡਰਨ ਐਂਡ ਜਨਰਲ ਹਸਪੀਟਲ ਤੋਂ ਬੜੇ ਹੀ ਸੀਨੀਅਰ ਡਾਕਟਰ ਨਿਧੀ ਮਲਹੋਤਰਾ ਜੀ ਵੀ ਸਾਡੇ 'ਚ ਉਪਸਥਿਤ ਨੇ। ਸਵਾਗਤ ਹੈ ਜੀ ਤੁਹਾਡਾ। ਜਿੱਦਾਂ ਕਿ ਮੈਂ ਪਹਿਲੇ ਤਾਰੁਫ ਕਰਾਇਆ ਪਾਰਸ਼ਦ ਅਰੁਣਾ ਅਰੋੜਾ ਜੀ, ਵੈਸੇ ਤਾਂ ਕਹਿੰਦੇ ਆ ਜੀ ਵੀ ਇੱਕ ਸਕਸੈਸਫੁਲ ਆਦਮੀ ਦੇ ਪਿੱਛੇ ਇੱਕ ਮਹਿਲਾ ਦਾ ਹੱਥ ਹੁੰਦਾ ਹੈ, ਪਰ ਇਹ ਇੱਕ ਇਹੋ ਜਿਹੀ ਫੈਮਿਲੀ ਹੈ ਜਿੱਥੇ ਮੀਆਂ ਬੀਵੀ ਦੋਨੋਂ ਦਾ ਇੱਕ ਦੂਜੇ ਦੀ ਸਫਲਤਾ 'ਚ ਹੱਥ ਹੈਗਾ। ਤੇ ਮੈਂ ਗੱਲ ਕਰ ਰਿਹਾ ਜੀ ਮਨੋਜ ਅਰੋੜਾ ਜੀ, ਇਹ ਕਿਸੇ ਪਹਿਚਾਣ ਦੀ ਮੁਹਤਾਜ ਨਹੀਂ ਹੈਗੇ। ਜਲੰਧਰ ਨਹੀਂ ਬਲਕਿ ਪੂਰੇ ਪੰਜਾਬ 'ਚ ਨਾਰਥ ਇੰਡੀਆ 'ਚ ਅਗਰ ਗੱਲ ਕਰੀਏ ਤੇ ਕਾਂਗਰਸ ਦੇ ਬੜੇ ਸੀਨੀਅਰ ਉੱਘੇ ਸੂਝਵਾਨ ਲੀਡਰਾਂ 'ਚ ਇਹਨਾਂ ਦਾ ਨਾਮ ਆਉਂਦਾ ਹੈ। ਕੁਝ ਸਮਾਂ ਪਹਿਲੇ ਕਾਂਗਰਸ ਪਾਰਟੀ ਵੱਲੋਂ ਇਹਨਾਂ ਨੂੰ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਦੇ ਪਦ ਵਜੋਂ ਨਵਾਜ਼ਿਆ ਗਿਆ। ਉਹ ਵੀ ਸਾਡੇ ਨਾਲ ਅੱਜ ਡਿਬੇਟ ਦੇ ਵਿੱਚ ਹਿੱਸਾ ਲੈ ਰਹੇ ਨੇ। ਸਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਅਰੁਣਾ ਭਾਬੀ ਤੇ ਚਲੋ ਇਹਨਾਂ ਦੇ ਬਾਰੇ ਕੌਣ ਨਹੀਂ ਜਾਣਦਾ। ਅੱਜ ਦੀ ਡੇਟ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਪੰਜਾਬ 'ਚ ਸ਼ਾਇਦ ਇੱਕੋ ਹੀ ਇਹੋ ਜਿਹੀ ਪਾਰਸ਼ਦ ਮਹਿਲਾ ਹੈ ਜਿੰਨੇ ਰਾਤੀ 12 ਵਜੇ 1 ਵਜੇ ਵੀ ਅਗਰ ਕਿਸੇ ਦੀ ਕੋਈ ਘਰ 'ਚ ਸਮੱਸਿਆ ਆ ਗਈ, ਕਿਸੇ ਗਲੀ ਮਹੱਲੇ 'ਚ ਕੋਈ ਸਮੱਸਿਆ ਆ ਗਈ, ਇਹਨਾਂ ਨੇ ਦਿਨ ਨਹੀਂ ਦੇਖਿਆ ਰਾਤ ਨਹੀਂ ਦੇਖੀ, ਗੱਡੀ ਚੱਕੀ ਆਪਣੇ ਬੇਟੇ ਨੂੰ ਨਾਲ ਲਿਆ। ਇਹ ਨਹੀਂ ਦੇਖਿਆ ਵੀ ਬਾਹਰ ਮੀਂਹ ਪੈ ਰਿਹਾ, ਹਨੇਰੀ ਚੱਲ ਰਹੀ ਹੈ, ਗਰਮੀ ਹੈ, ਸਰਦੀ ਹੈ, ਇਹ ਇੱਥੇ ਪਹੁੰਚ ਜਾਂਦੇ ਨੇ। ਔਰ ਸਾਡੇ ਬੜੀ ਸੁਭਾਗੇ ਵਾਲੀ ਗੱਲ ਹੈ ਜਲੰਧਰ ਸ਼ਹਿਰ ਵਾਸਤੇ ਇਹੋ ਜਿਹੇ ਇੱਕ ਮਹਿਲਾ ਪਾਰਸ਼ਦ ਸਾਡੇ ਮੌਜੂਦਾ ਪਾਰਸ਼ਦ ਨੇ ਔਰ ਬੜੀ ਮਾਣ ਵਾਲੀ ਗੱਲ ਹੈ। ਔਰ ਅਸੀਂ ਉਮੀਦ ਕਰਦੇ ਹਾਂ ਆਉਣ ਵਾਲੇ ਸਮੇਂ 'ਚ ਇਹ ਹੋਰ ਤਰੱਕੀਆਂ ਕਰਨ, ਬੁਲੰਦੀਆਂ ਛੂਹਣ। ਸਾਡੇ ਵਿੱਚ ਇੱਕ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਔਰ ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਸ਼੍ਰੀ ਉਮੇਸ਼ ਔਰੀ ਜੀ ਵੀ ਅੱਜ ਪੈਨਲ ਡਿਸਕਸ਼ਨ 'ਚ ਸ਼ਾਮਲ ਹੋਏ ਨੇ। ਉਮੇਸ਼ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਦੋਸਤੋ, ਜਿੱਥੇ ਅਸੀਂ ਕਿਸੇ ਵੀ ਬਿਮਾਰੀ ਨਾਲ ਲੜਨ ਲਈ ਦਵਾਈਆਂ ਦੀ ਗੱਲ ਕਰਦੇ ਹਾਂ, ਮੈਡੀਕਲ ਪ੍ਰੋਫੈਸ਼ਨ ਦੀ ਗੱਲ ਕਰਦੇ ਹਾਂ, ਉੱਥੇ ਹੀ ਪੂਰੇ ਵਿਸ਼ਵ ਵਿੱਚ ਆਪਣਾ ਲੋਹਾ ਮਨਵਾ ਚੁੱਕਿਆ ਯੋਗਾ। ਯੋਗਾ ਇੱਕ ਇਹੋ ਜਿਹੀ ਚੀਜ਼ ਹੁਣ ਹੋ ਚੁੱਕੀ ਹੈ ਬਈ ਸ਼ਾਇਦ ਭਾਰਤੀ ਨਾਲੋਂ ਬਾਹਰ ਵਿਦੇਸ਼ਾਂ ਦੇ ਵਿੱਚ ਲੋਕ ਯੋਗਾ ਜ਼ਿਆਦਾ ਅਪਣਾ ਰਹੇ ਨੇ ਔਰ ਲਗਾਤਾਰ ਇਹ ਗਿਣਤੀ ਲੱਖਾਂ ਕਰੋੜਾਂ ਅਰਬਾਂ ਖਰਬਾਂ 'ਚ ਫੈਲਦੀ ਜਾ ਰਹੀ ਹੈ। ਯੋਗਾ ਆਚਾਰਯ ਵੀ ਅਗਰ ਸਾਡੇ 'ਚ ਅੱਜ ਨਾ ਆਉਂਦੇ ਤੇ ਇਹ ਸ਼ਾਇਦ ਪੈਨਲ ਡਿਸਕਸ਼ਨ ਇੱਕ ਪਹਿਲੂ ਤੋਂ ਅਧੂਰੀ ਰਹਿ ਜਾਂਦੀ। ਮਨੀਸ਼ ਚੋਪੜਾ ਜੀ, ਮੈਂ ਤੁਹਾਡਾ ਸਵਾਗਤ ਕਰਦਾ ਜੀ। ਕਰੋਨਾ ਮਹਾਮਾਰੀ ਨੇ ਸਭ ਤੋਂ ਜ਼ਿਆਦਾ ਅਸਰ ਜਦੋਂ ਪਹਿਲਾ ਇਹਦਾ ਰੂਪ ਆਇਆ ਸਭ ਤੋਂ ਪਹਿਲਾਂ ਤੇ ਇਹ ਕਿਹਾ ਗਿਆ ਵੀ 60 ਸਾਲ ਤੋਂ ਉੱਪਰ ਬਜ਼ੁਰਗਾਂ ਲਈ ਇਹ ਜਾਨਲੇਵਾ ਹੈ, ਘਾਤਕ ਹੈ। ਤੇ ਬਜ਼ੁਰਗਾਂ ਨੂੰ ਸਰਕਾਰ ਨੇ ਵੀ ਪ੍ਰਸ਼ਾਸਨ ਨੇ ਵੀ ਕਹਿ ਦਿੱਤਾ ਤੁਸੀਂ ਕਮਰਿਆਂ ਨੂੰ ਤਾਲੇ ਲਾ ਲਓ, ਅੰਦਰ ਰਹੋ, ਬਾਹਰ ਨਹੀਂ ਨਿਕਲਣਾ। ਤੇ ਬੜੇ ਹੀ ਸੁਭਾਗੇ ਵਾਲੀ ਗੱਲ ਹੈ ਵੀ ਸਾਡੇ ਜਿਹੜੇ ਬਜ਼ੁਰਗ ਸਾਡੇ ਨਾਲ ਨੇ, ਸਾਡੇ ਤੇ ਉਹਨਾਂ ਦਾ ਆਸ਼ੀਰਵਾਦ ਹੈਗਾ। ਬਜ਼ੁਰਗਾਂ ਦਾ ਸਾਇਆ ਸਾਡੇ ਤੇ ਹਮੇਸ਼ਾ ਰਹਿਣਾ ਚਾਹੀਦਾ। ਔਰ ਇੱਕ ਸੀਨੀਅਰ ਸਿਟੀਜ਼ਨ SD ਸ਼ਰਮਾ ਜੀ ਵੀ ਅੱਜ ਦੀ ਡਿਬੇਟ 'ਚ ਸਾਡੇ ਨਾਲ ਹਿੱਸਾ ਲੈਣ ਆਏ ਨੇ। ਸਰ ਬਹੁਤ-ਬਹੁਤ ਸਵਾਗਤ ਹੈ। ਦੋਸਤੋ, ਇਹਨਾਂ ਤੋਂ ਇਲਾਵਾ ਮੇਰੇ ਬਹੁਤ ਹੀ ਸੀਨੀਅਰ ਪੱਤਰਕਾਰ ਸਾਥੀ ਅਸ਼ੋਕ ਸਿੰਘ ਭਾਰਤ ਜੀ, ਇਹਨਾਂ ਦਾ ਵੀ ਮੈਂ ਸਵਾਗਤ ਕਰਦਾ ਹਾਂ ਜਿਹੜੇ ਕਿ ਖਾਸ ਤੌਰ ਤੇ ਇਸ ਡਿਬੇਟ ਦੇ ਵਿੱਚ ਮੇਰਾ ਸਾਥ ਦੇਣਗੇ। ਅਸ਼ੋਕ ਜੀ ਤੁਹਾਡਾ ਬਹੁਤ-ਬਹੁਤ ਸਵਾਗਤ। ਦੋਸਤੋ, ਪਹਿਲਾ ਸਵਾਲ ਜਿਹੜਾ ਕਰੋਨਾ ਦੇ ਨਾਲ ਮੱਦੇਨਜ਼ਰ, ਜਿਹੜਾ ਕਰੋਨਾ ਨਾਲ ਢੁਕਵਾਂ ਸਵਾਲ, ਸਿਹਤ ਨਾਲ ਤੇ ਕਰੋਨਾ ਸਿੱਧਾ ਤਾਲੁਕ ਰੱਖਦਾ ਹੀ ਹੈ, ਲੇਕਿਨ ਸਾਡੇ ਕਾਰੋਬਾਰ, ਸਾਡੇ ਸਮਾਜ ਤੇ ਵੀ ਇਹਦਾ ਬਹੁਤ ਵੱਡਾ ਅਸਰ ਪਿਆ। ਪਹਿਲਾ ਸਵਾਲ ਮੇਰਾ ਜੇਬੀ ਸਿੰਘ ਚੌਧਰੀ ਜੀ ਨੂੰ ਹੈ ਵੀ ਕਰੋਨਾ ਮਹਾਮਾਰੀ ਦਾ ਸਮਾਜ ਅਤੇ ਕਾਰੋਬਾਰ ਤੇ ਐਕਚੁਅਲ ਕੀ ਅਸਰ ਪਿਆ?
ਇਸ ਦੇ ਮਾੜੇ ਪ੍ਰਭਾਵ ਜਿਹੜੇ ਸਾਨੂੰ ਪਿਛਲੇ ਸਾਲ ਡੇਢ ਸਾਲ ਤੋਂ ਦੇਖਣੇ ਪਏ ਹੈ, ਇਹਨਾਂ ਦੇ ਸਰ ਕਿਵੇਂ ਕਾਬੂ ਪਾਇਆ ਜਾ ਸਕਦਾ ਹੈ? ਚੰਦ ਸ਼ਬਦਾਂ ਦੇ ਵਿੱਚ ਤੁਸੀਂ ਸਾਡੇ ਵਿਊਅਰਸ ਨੂੰ ਦੱਸੋ, ਕਿਉਂਕਿ ਇੰਡਸਟਰੀਅਲਿਸਟ ਹੋਣ ਦੇ ਨਾਤੇ, ਸੋਸ਼ਲ ਵਰਕਰ ਹੋਣ ਦੇ ਨਾਤੇ, ਬਹੁਤ ਸਾਰੀ NGOs ਨਾਲ ਜੁੜੇ ਹੋਣ ਦੇ ਨਾਤੇ ਤੁਸੀਂ ਕਰੋਨਾ ਮਹਾਮਾਰੀ ਦੇ ਦੌਰਾਨ ਕਰਫਿਊ 'ਚ ਵੀ, ਲੋਕਡਾਊਨ 'ਚ ਵੀ ਬਹੁਤ ਕੁਝ ਨੇੜਿਓਂ ਦੇਖਿਆ ਜਿਹੜਾ ਲੋਕਾਂ ਨੇ ਨਹੀਂ ਦੇਖਿਆ। ਸੋ ਜੇਬੀ ਜੀ, ਇਹ ਦੱਸੋ ਵੀ ਕਰੋਨਾ ਦੇ ਮਾੜੇ ਪ੍ਰਭਾਵਾਂ ਦਾ ਕਿੱਦਾਂ ਆਪਾਂ ਰੋਕਿਆ ਜਾ ਸਕਦਾ ਔਰ ਉਹਦਾ ਐਕਚੁਅਲ ਅਸਰ ਕੀ ਹੋਇਆ? ਸਭ ਤੋਂ ਪਹਿਲਾਂ ਤਾਂ ਮੈਂ ਹੌਟ ਨਿਊਜ਼ ਇੰਡੀਆ ਦਾ ਬਹੁਤ ਹੀ ਧੰਨਵਾਦੀ ਹਾਂ ਕਿ ਅੱਜ ਇੱਕ ਐਸੀ ਡਿਬੇਟ ਕਰਾਈ ਜਾ ਰਹੀ ਹੈ ਜਿਹੜਾ ਕਿ ਇੱਕ ਬਰਨਿੰਗ ਮੁੱਦਾ ਹੈ। ਕੇਵਲ ਪੰਜਾਬ ਨਹੀਂ, ਕੇਵਲ ਹਿੰਦੁਸਤਾਨ ਨਹੀਂ, ਬਲਕਿ ਪੂਰੇ ਸੰਸਾਰ ਦੇ ਵਿੱਚ ਇੱਕ ਬਰਨਿੰਗ ਟੌਪਿਕ ਹੈ। ਮੈਂ ਇਹਦੀ ਸ਼ੁਰੂਆਤ ਕਰਨੀ ਚਾਹਾਂਗਾ ਕਿ ਜਿਸ ਵੇਲੇ ਪਹਿਲਾਂ ਇਹ ਲਹਿਰ ਆਈ, ਉਹ ਲਹਿਰ ਕੋਈ ਇੰਨੀ ਸਖਤ ਨਹੀਂ ਸੀ, ਲੇਕਿਨ ਅਸੀਂ ਆਪਣੇ ਆਪ ਨੂੰ ਇੰਨਾ ਸਖਤ ਕਰ ਲਿਆ, ਇੰਨਾ ਲੋਕਡਾਊਨ ਕਰ ਲਿਆ, ਆਪਾਂ ਘਰਾਂ 'ਚ ਵੜ ਗਏ, ਜਿਹਦੇ ਕਾਰਨ ਬਚਾਅ ਹੋ ਗਿਆ, ਜਿਹਦੇ ਕਰਕੇ ਮੌਤਾਂ ਦੀ ਗਿਣਤੀ ਘੱਟ ਹੋਈ। ਲੇਕਿਨ ਸਰਕਾਰ ਨੇ ਲੋਕਡਾਊਨ ਲਾਤਾ, ਉਹ ਵੀ ਇੱਕ ਕਾਰਨ ਸੀ ਤਾਂ ਕਿ ਲੋਕ ਸੇਫ ਰਹਿਣ। ਲੇਕਿਨ ਲੋਕਡਾਊਨ ਦਾ ਅਸਰ ਹੋਇਆ ਇੰਡਸਟਰੀ ਤੇ, ਵਪਾਰ ਤੇ। ਸਰਕਾਰ ਨੇ ਬੜੇ ਵਾਅਦੇ ਕੀਤੇ ਕਿ ਅਸੀਂ ਇੰਡਸਟਰੀ ਨੂੰ ਕੋਈ ਘਾਟਾ ਨਹੀਂ ਹੋਣ ਦਿਆਂਗੇ, ਜਿੰਨੇ ਵੀ ਬਿਜਲੀ ਦੇ ਬਿੱਲ ਹੈ ਮਾਫ ਕੀਤੇ ਜਾਣਗੇ, ਜਿੰਨੀ ਵੀ ਲੇਬਰ ਹੈ ਉਹਦੀ ਤਨਖਾਹ ESI ਕਰੂਗੀ। ਲੇਕਿਨ ਦੋਸਤੋ, ਕੁਛ ਨਹੀਂ ਮਿਲਿਆ। ਉਹਦਾ ਸਾਰਾ ਦਾ ਸਾਰਾ ਘਾਟਾ ਇੰਡਸਟਰੀਜ਼ ਨੇ ਸਹਾਰਿਆ। ਇਹ ਤੇ ਹੋ ਗਈ ਪਹਿਲੀ ਲਹਿਰ ਦੀ ਗੱਲ। ਦੂਜੀ ਲਹਿਰ ਆਈ, ਉਹ ਸਖਤ ਸੀ, ਲੇਕਿਨ ਅਸੀਂ ਆਪਣੇ ਆਪ ਨੂੰ ਢਿੱਲਾ ਛੱਡਤਾ। ਉਹਦੇ ਕਰਕੇ ਕੈਜੂਅਲਟੀਜ਼ ਬਹੁਤ ਹੋਈਆਂ। ਮੈਂ ਗੱਲ ਭੁੱਲ ਗਿਆ ਪਿਛਲੀ ਪਹਿਲੀ ਲਹਿਰ ਦੀ। ਉਦੋਂ ਜਿੱਦਾਂ ਲੇਬਰ ਪਲਾਇਨ ਕਰਕੇ ਗਈ, ਹੈਰਾਨ ਹੋ ਕੇ ਦੇਖ ਕੇ ਕਿ ਪੰਜਾਬ ਤੋਂ ਲੇਬਰ UP ਔਰ ਬਿਹਾਰ ਦੇ ਵਿੱਚ ਪੈਦਲ ਹੀ ਤੁਰ ਪਈ। तो कई स्टांस ऐसे आए कि एक लड़की अपने बाप नू साइकिल ते बिठा के यूपी तक पहुंच गई है, लेकिन यूपी तो अपने घर तो पहुंचण तो 2 किलोमीटर पहला ही उस लड़की की डेथ हो जाती है। दसो की है, हालात ऐसे बन गए सी। दूजी लहर बड़ी सख्त सी, लेकिन असी अपने आप को ढिला छड़ दिता। वो ढिले करके कैजुअलिटीज़ बहुत हुई और तुसी देखिया कि एक एक दिन दे विच 400 500 600 लोग पॉजिटिव पाए गए। ते ये अज मैं HNI राही दसना चाहता कि अज भी पॉजिटिव रेट घट नहीं है। जे अज भी टेस्टिंग पूरी हो जाए तो ये पॉजिटिव रेट फिर 400 500 600 जाएगा। ये 200 जेड़े लोग इस चैनल में सुन रहे हैं, मेरी बेनती है कि 3 चीज़ां बड़ियां जरूरियां जे, मास्क, सोशल डिस्टेंसिंग और तीसरा अपने हाथ साफ करना। जे जरूरत पे तो घरों बाहर निकलो, लेकिन अज असी मैं मास्क नहीं लाया क्योंकि ये एक डिबेट सी जिहदे विच मास्क नहीं लगाया जा सकता, क्योंकि लोग गल्लां करते हैं कि देखो आप तो मास्क लाया नहीं, सानू मास्क कह रहे हैं। तीसरी ये जिहड़ा डेल्टा आ रहा है, ये साइंटिस्ट का नेम है, इहदे विच बड़ा कीता जा रहा है। इहदी मैं गल बाद च करांगा। साडे च डॉक्टर अरुण लखनपाल जी और डॉक्टर निधि मल्होत्रा जी बैठे हैं कि हाल तक ये समझ नहीं आई कोविशील्ड ते कोवैक्सीन च समानता है कि या फर्क है। कोविशील्ड जो लगी है वो तो लगा के अब्रॉड जा सकता है, लेकिन कोवैक्सीन नू हाल तक मान्यता ही नहीं मिली।
वाह, मैं हैरान है कि दोनों वैक्सीन इंडिया दे च बनी है, एक नूं मानता है, एक नूं मानता नहीं है। ते मैनू ये दसो कि फिर एक की गल बनी। ते तीसरी लहर की आपां गल करदे पे हैं, ते तीसरी लहर हाले तक डॉक्टर एक राय ते नहीं होए। कोई डॉक्टर ये कह रहे हैं ये बच्चों लिए घातक है, कोई कह रहा है कि बच्चों की इम्यूनिटी बड़ी स्ट्रोंग होंदी है, उन्होंने कुछ नहीं होना, तो कई ये कह रहे हैं कि ਇਹਦਾ सिम्टम ही कोई नहीं जे, ਇਹਦੇ ਚ बुखार भी नहीं होना, खांसी भी नहीं होनी, साह भी नहीं चढ़ना, कुछ नहीं होना, ये सिम्टोमैटिक है। आ डॉक्टर साहब मेरे नाल बैठे है, उमेशवरी जी बैठे है, अपना सुप्रीम कोर्ट के वकील। हुण इन्होंने की पता मैनू करोना है, करोना इन्होंने भी हो जाना, तो इन्होंने भी हो जाना डेल्टा च। हालात ऐसे बन गए हैं, तो मैं ये चाहना ये बारे पूरा अज जो डिबेट की जा रही है, अमित जी इनू क्लैरीफाई किया जाए, ताकि आम लोग जोड़े ना बड़े मुश्किलात हालात च बैठे है, जिन्होंने समझ नहीं आ रही असी करना की है, उन्होंने आपां जागरूक कर सकीए। बहुत बहुत धन्यवाद। JB ਸਿੰਘ ਚੌਧਰੀ जी ਦੀ ਤੁਸੀਂ ਗੱਲਬਾਤ ਸਾਰਿਆਂ ਨੇ ਸੁਣੀ ਹੋਏਗੀ। ਦੋਸਤੋ, ਅਗਰ ਮੈਂ ਭਾਰਤ ਸਰਕਾਰ ਦੇ ਪਿਛਲੇ 24 ਘੰਟਿਆਂ ਦੇ ਆંકੜਿਆਂ ਦੀ ਗੱਲ ਕਰਾਂ ਤੇ ਆਪਣੇ ਇੰਡੀਆ ਦੇ ਵਿੱਚ ਹੁਣ ਤੱਕ ਲਗਭਗ 38.76 ਕਰੋੜ ਕੋਵਿਡ ਵੈਕਸੀਨ ਦੀ ਡੋਜ਼ ਲੱਗ ਚੁੱਕੀ ਹੈ, ਔਰ ਇਹ ਜਿਹੜਾ ਰਿਕਵਰੀ ਰੇਟ ਹੈ 97.28% ਤੱਕ ਇਹ ਹੋ ਚੁੱਕਾ ਹੈ। 24 ਘੰਟਿਆਂ ਦੀ ਅਗਰ ਕੱਲੀ ਗੱਲ ਕਰੀਏ, ਲਗਭਗ 41,000 ਮਰੀਜ਼ ਇਸ ਪਿਛਲੇ 24 ਘੰਟੇ ਦੇ ਵਿੱਚ ਠੀਕ ਹੋਏ ਨੇ, ਲੇਕਿਨ ਨਾਲ ਹੀ ਜਿਹੜੇ ਨਵੇਂ ਮਰੀਜ਼, ਜਿਹੜੇ ਨਵੇਂ ਕੋਵਿਡ ਪੋਜ਼ਿਟਿਵ ਮਰੀਜ਼ ਆਏ ਨੇ, ਉਹ 38,792 ਹੈ। ਸੋ ਆਪਾਂ ਇਹ ਚੀਜ਼ ਅੰਦਾਜ਼ਾ ਲਗਾ ਸਕਦੇ ਹਾਂ ਵੀ ਜਿੱਥੇ ਮਰੀਜ਼ ਬੜੇ ਅੱਛੀ ਗਿਣਤੀ 'ਚ ਠੀਕ ਹੋ ਰਹੇ ਨੇ, ਉਨੀ ਹੀ ਲਗਭਗ ਗਿਣਤੀ ਦੇ ਵਿੱਚ ਨਵੇਂ ਕੇਸ ਵੀ ਸਾਹਮਣੇ ਆ ਰਹੇ ਨੇ। ਸੋ ਆਪਾਂ ਇੱਕਦਮ ਲਾਪਰਵਾਹ ਨਹੀਂ ਹੋ ਜਾਣਾ। ਮੈਂ ਹੁਣ ਰਿਕੁਐਸਟ ਕਰਾਂਗਾ ਆਪਣੇ ਸੀਨੀਅਰ ਸਾਥੀ ਅਸ਼ੋਕ ਜੀ ਨੂੰ। ਅਸ਼ੋਕ ਜੀ, ਤੁਸੀਂ ਵੀ ਆਪਣਾ ਕੋਈ ਸਵਾਲ ਕਰੋ। ਡਾਕਟਰ ਅਰੁਣ ਲਖਨਪਾਲ ਜੀ ਜਿਹੜੇ ਕਿ ਖਾਸ ਤੌਰ ਤੇ ਸ਼੍ਰੀਮਨ ਹਸਪੀਟਲ ਤੋਂ ਸਾਡੀ ਇਸ ਡਿਬੇਟ 'ਚ ਆਏ ਨੇ, ਇਹਨਾਂ ਨੂੰ ਕੋਈ ਕੁਐਸਚਨ ਆਪਣੇ ਵੱਲੋਂ। डॉक्टर साहब हेलो। डॉक्टर साहब, आपसे हमारा सबसे पहला प्रश्न ये है कि आप ये बताएं कि ये जो कोविड-19 है या जो भी बीमारी चल रही महामारी, क्या ये छुआछूत की बीमारी है? सत श्री अकाल जी। सबसे पहले सर ने जो बोला मैं उसको कंटिन्यू करना चाहूँगा पहले, ठीक है। ये जो कोरोना की बीमारी अब 1.5 साल से चल रही है, पर डर अभी भी बना हुआ है। पर 1.5 साल में हम सब ने, डॉक्टरों ने ही नहीं, आम जनता ने भी बहुत कुछ सीखा है और देखा भी है। जैसे कि सर कह रहे थे कि हमारा लॉकडाउन अर्ली लगा पहली वेव में और स्ट्रिक्ट था, तो उस वक्त जब इटली और अमेरिका में मारकाट मची हुई थी, हम बचे हुए थे और हमें मौका भी मिला कि हम मास्क और PPE किट और दवाइयों का भी इंतजाम कर लें। इंडस्ट्री पे बुरा असर ज़रूर पड़ा। पर तब आते हैं सेकेंड वेव पे, जब पहली वेव निकल गई और हम बच गए, जबकि बाहर मारकाट मची थी। हमें लगा वाह, हमारे गोलगप्पे चाट पकौड़ी ने हमारी इम्यूनिटी क्या बना दी है, हमें तो कुछ हो ही नहीं सकता। पर फिर 2 हफ्ते के अंदर ज़ीरो से केस हज़ारों लाखों तक पहुंच गए और मौतें भी काफ़ी ज़्यादा हुई। इसलिए नहीं कि ये जो वेरिएंट आए हैं इनमें डेथ रेट ज़्यादा है, नहीं है, ये सिर्फ ज़्यादा विरुलेंट हैं। और जो डेल्टा वेरिएंट की बात हो रही है, ये भी सिर्फ 52% ज़्यादा ही है, जबकि ब्राज़ील वाला जो गामा स्ट्रेन है वो 161% ज़्यादा इन्फेक्टिव होता है। ये सब होने के बावजूद भी जो केस मोर्टेलिटी रेट यानी डेथ रेट है ओवरऑल 2.2% ही है, और ICU का डेथ रेट भी सिर्फ 31% है, वो जो कि सीरियस हैं। और सेकेंड वेव में भी हमने देखा कि जैसे ही लॉकडाउन लगा, हज़ारों लाखों से और जलंधर के सारे हॉस्पिटल भरे हुए 2 हफ्ते के अंदर खाली हो गए। ये देखा तो सोशल डिस्टेंसिंग, मास्क जो है, और डायबिटीज़ और अपनी जो क्रोनिक बीमारियां उन्हें फुली अंडर कंट्रोल रखना। किसी की भी शुगर कंट्रोल में नहीं होती, आम के सीज़न में खासकर।
बट बीमारी से बचने के लिए क्रोनिक डिजीजेस को कंट्रोल में रखना ज़रूरी है। और वैक्सीनेशन, कोई भी वेरिएंट हो, बीटा वेरिएंट बल्कि ज़्यादा रेजिस्टेंट है नेचुरल इम्यूनिटी बीमारी होने के बाद, और वैक्सीन की भी इफ़ेक्टिविटी 95-92 से 70% तक आ जाती है अगर बीटा वेरिएंट है, साउथ अफ्रीका वाला। पर डेथ से बचाव वैक्सीन का फिर भी 100% है। तो अब आते हैं हम डेफिनेशंस में। तो मैं ये बताना चाह रहा था कि डेफिनेशंस के चक्कर में नहीं पड़ना, ब्लैक फंगस, येलो फंगस, वाइट फंगस, इन चक्करों में नहीं पड़ना, वैक्सीन कौन सी बेटर है वर्स है, इन चक्करों में नहीं पड़ना। किसी को नहीं पता बच्चे अफेक्ट होंगे कि नहीं होंगे। हाँ, ये मीडिया के माध्यम से ये जरूर पता चल रहा है कि अब हम सोचने लगे हैं, हम आगे का सोच रहे हैं, वी आर थिंकिंग अहेड एंड प्लानिंग। क्यों? क्योंकि जितने भी वेंटिलेटर या सरकार से मिले, पीएम योजना वाले, या जो हमारे पास या सब हॉस्पिटल्स में हैं, वो सारे एडल्ट मोड के हैं। अब अगर मान लो कल को 2000 बच्चे इकट्ठे आ गए, पीडियाट्रिक मोड कहाँ से आएगा? तो ये तैयारी इन्हीं डिस्कशन से होती है। अब मैं आपके सवाल का जवाब देता हूँ। सिंपल रखना है, कोरोना एक ड्रॉपलेट इन्फेक्शन है, ठीक है? वो मैं छूँगा तो छूने से मेरे अंदर नहीं आएगी, मैं छूँगा और सरफेस पे ड्रॉपलेट पड़ी हैं, यानी छिट्टें, छींकने से, खांसने से। ये भी रिस्की है। इन्होंने पकड़ा, बोला, मैं बोल रहा हूँ छींटे जा रहे हैं, अगर आए तो ये भी रिस्की है। पर जब तक मैं छू के हाथ में वायरस लेके, 5 एंट्री पॉइंट हैं हमारे शरीर में, 2 आँखें, 2 नॉस्ट्रिल, नाक के 2 छेद, और मुंह। जब तक मैं यहाँ नहीं छूँगा, यहाँ नहीं छूँगा और यहाँ नहीं छूँगा, चाहे मैं बिल्कुल लदा हूँ कोरोना वायरस से, मेरे अंदर एंट्री नहीं होगी वायरस की। तो बाय डेफिनेशन इट्स अ ड्रॉपलेट इन्फेक्शन, खांसने और छींकने से। बाकी हाँ, हिंदी में छुआछूत है, बिल्कुल है, क्लोज कांटेक्ट होगा, छुएंगे, वो खांसेंगे, मैं छींकूंगा, बीमारी फैलेगी। डॉक्टर साहब, ਇਹਦੇ ਨਾਲ ਹੀ ਜੁੜਿਆ ਇੱਕ ਸਵਾਲ ਹੋ ਰਿਹਾ ਹੈ। ਮੈਂ ਰਿਕੁਐਸਟ ਕਰਾਂਗਾ ਅਗਰ ਤੁਸੀਂ ਪੰਜਾਬੀ ਚ ਆਨਸਰ ਦੇ ਸਕੋ ਤੇ ਬਹੁਤ ਵਧੀਆ ਹੈ, ਤਾਂ ਕਿ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਚੀਜ਼ ਨੂੰ ਸਮਝ ਸਕਣ। 70% ਆਬਾਦੀ ਪੰਜਾਬ ਦੇ ਵਿੱਚ ਪਿੰਡਾਂ 'ਚ ਹੈ, ਤੇ ਉਹਨਾਂ ਨੂੰ ਵੀ ਆਪਾਂ ਸਾਦੀ ਸਰਲ ਭਾਸ਼ਾ 'ਚ, ਕਿਉਂਕਿ ਜੋ ਟੈਕਨੀਕਲੀ ਜਾਂ ਮੈਡੀਕਲ ਟਰਮਸ ਨਹੀਂ ਆਮ ਆਦਮੀ ਨੂੰ, ਪੜ੍ਹੇ ਲਿਖੇ ਨੂੰ ਵੀ ਸਮਝ ਨਹੀਂ ਪੈਂਦੀਆਂ। ਹਾਂਜੀ ਸਰ, ਆਮ ਤੌਰ ਤੇ ਇਹੀ ਜਿੱਦਾਂ ਛੂਆ-ਛਾਤ ਦੀ ਗੱਲ ਮੇਰੇ ਸੀਨੀਅਰ ਸਾਥੀ ਨੇ ਕਹੀ, ਇੱਕ ਹੋਰ ਧਾਰਨਾ ਹੈ ਵੀ ਇਹ ਹਵਾ 'ਚ ਫੈਲਦਾ ਹੈ, ਹਵਾ 'ਚੋਂ ਫੈਲਦਾ ਹੈ, 에ਅਰਬੋਰਨ ਹੈ। ਹਾਂਜੀ, ਤੇ ਕਰੋਨਾ ਹਵਾ ਵਿੱਚ ਕਿਵੇਂ ਤੇ ਕਿਉਂ ਫੈਲਦਾ ਹੈ? ਤੇ ਤੁਸੀਂ ਪਿੰਡਾਂ ਦੀ ਗੱਲ ਕੀਤੀ, ਤੇ ਪਿੰਡਾਂ ਸ਼ਹਿਰਾਂ 'ਚ ਤੇ ਆਪਣੇ ਜਿਹੜੇ ਘਰ ਹੈਗੇ ਤੇ ਨਾਰਮਲ ਸਰਕਮਸਟੈਂਸਿਸ, ਬਾਜ਼ਾਰ ਹੋ ਗਏ, ਦੁਕਾਨਾਂ ਹੋ ਗਈਆਂ, ਉਧਰ ਇਹ 에ਅਰਬੋਰਨ ਨਹੀਂ, ਛਿੱਟਾਂ ਨਾਲ ਫੈਲਦਾ। ਤੇ ਮੈਂ ਖੰਘਾਂ ਜਾਂ ਮੈਂ ਛਿੱਕ ਮਾਰਾਂ, ਤੇ ਜੇ ਮੇਰੇ ਛਿੱਟੇ 2 ਫੁੱਟ ਤੱਕ ਜਾ ਸਕਦੇ ਨੇ, ਬਸ ਮੈਂ ਬਿਮਾਰੀ ਉਸ ਤੱਕ ਹੀ ਫੈਲਾ ਸਕਣਾ। 에ਅਰਬੋਰਨ यानी हवा तो ये फैलता है स्पैशल सरकमस्टांसिस जिदा, और वो भी मैडिकल डॉक्टर। तुसी देखते हो कि कोरोना का मरीज घर हैगा, तुसी इन्हां दा ख्याल PPE किट पहन के तो नहीं करते, पर हॉस्पिटल च डॉक्टर नर्सां क्यों पाते हैं PPE किट? वो इस करके कि नेबुलाइजर हो गया, बाईपैप हो गया, वेंटिलेटर हो गया, NIV हो गया, तो मैं कभी ब्रोंकोस्कोपी करनी पे, दूरबीन छाती च पानी पे, तो ये कहते ने एरोसोल जनरेटिंग प्रोसीजर। ये हवा च ਜਿਹੜੇ ਕਣ ਨੇ ਵਾਇਰਸ ਦੇ, ਉਹ ਉਛਾਲਦੇ ਨੇ, ਤੇ ਬਿਨਾਂ ਛਿੱਟਾਂ ਤੋਂ ਵੀ ਉਹ ਫੈਲ ਸਕਦਾ। ਤੇ ਉਹ ਨਾ ਸਿਰਫ ਜ਼ਿਆਦਾ ਦੂਰ ਜਾ ਸਕਦਾ ਹੈ ਪੰਖਿਆਂ ਨਾਲ, ਜੇ AC ਦੇ ਕੰਡੂਇਟ ਹੈਗੇ, ਆਫਿਸ ਹੋ ਗਿਆ, ਰੈਸਟੋਰੈਂਟ ਹੋ ਗਏ, ਤੁਸੀਂ ਰੈਸਟੋਰੈਂਟ ਕਿਉਂ ਬੰਦ ਕੀਤੇ? ਕਲੋਜ਼ ਬੈਠਦੇ ਨੇ ਲੋਕ, ਆਫਿਸ ਕਿਉਂ ਬੰਦ ਕੀਤੇ? ਫੈਕਟਰੀਆਂ ਦੀ ਸਾਹਿਬ ਗੱਲ ਕਰ ਰਹੇ ਸੀਗੇ। ਤੇ 에ਅਰਬੋਰਨ ਹੁੰਦਾ ਕਿ ਜੇ 에ਅਰੋਸੋਲ ਜਨਰੇਟਿੰਗ ਪ੍ਰੋਸੀਜਰ ਹੋਇਆ ਕੋਈ, ਤੇ AC ਦੇ ਡਕਟ ਇੱਕ ਕਮਰੇ ਤੇ ਦੂਜੇ ਕਮਰੇ ਤੋਂ ਉਹ ਕੈਰੀ ਹੋ ਸਕਦੇ ਨੇ ਦੂਰ ਤੱਕ। पर ਜਿਹੜੇ ਬਾਕੀ ਘਰ ਬੈਠੇ ਲੋਕ ਨੇ, ਪਿੰਡਾਂ 'ਚ ਬੈਠੇ ਲੋਕ ਨੇ, ਉਹ ਨਾਰਮਲ ਸਰਕਮਸਟੈਂਸਿਸ ਤੇ ਜਿਹੜਾ ਘਰ-ਬਾਰ ਦਾ ਮਾਹੌਲ ਹੈ, ਉਹਦੇ 'ਚ ਉਹ ਵੀ ਬਸ ਛਿੱਟਾਂ ਨਾਲ ਹੀ ਸਪਰੈਡ ਕਰਦਾ, ਨਾ ਕਿ ਥਰੂ 에ਅਰ ਲੰਬੇ ਡਿਸਟੈਂਸ। ਬਹੁਤ-ਬਹੁਤ ਸ਼ੁਕਰੀਆ ਡਾਕਟਰ ਅਰੁਣ ਲਖਨਪਾਲ ਜੀ। ਅਸ਼ੋਕ ਜੀ, ਮੈਂ ਚਾਹੁੰਦਾ ਵੀ ਸਾਡੇ 'ਚ ਨਾ ਇੱਕ ਸੀਨੀਅਰ ਐਡਵੋਕੇਟ ਬੈਠੇ ਨੇ, ਉਮੇਸ਼ ਸ਼ੋਰੀ ਜੀ, समाज दे नाल जुड़िया कोई सवाल, क्योंकि ये एडवोकेट्स भी बहुत लर्नड प्रोफैशनल्स होंदे ने, और इन्हां ने भी काफ़ी नेड़ों इस सारियां चीज़ां नूं देखिया है, स्टडी कीती है, तो इन्हां कोल भी कोई सवाल आपां करिए। कोरोना महामारी के काल में जिस तरीके से मीडिया में खबरें आई जागरूकता के लिए, ठीक है, और जागरूकता को इस हद तक
फैलाने की कोशिश की गई कि वो दहशत में कन्वर्ट हो गई है, तो उस पर आपका क्या विचार है? क्या इस तरह के जागरूकता के नाम पे दहशत फैलाना जायज़ है या नहीं? क्योंकि दहशत से ऑलरेडी आदमी पैनिक भी हो जाता है। देखिए, दहशत फैलाना तो बिल्कुल जायज़ नहीं है, और दहशत ना फैले इसीलिए हम आज तक सफ़र कर रहे हैं, क्योंकि आज तक कोर्ट्स बंद हैं बिल्कुल। आज 23 मार्च 2020 से लेके आज तक सुप्रीम कोर्ट तक फुली ऑपरेशनल नहीं हुई, और जो सारा काम हो रहा है वो वर्चुअली ज़्यादा हो रहा है, जिसके लिए हमारा प्रोफेशन सबसे ज़्यादा इफ़ेक्ट हुआ है। और इसका इफ़ेक्ट एक मीडिया ने एक ये भी निकाला था कि जब जुलाई 2020 में अराउंड 20,000 करोड़ की हमारी इंडस्ट्री को इफ़ेक्ट पड़ा, जिसमें बहुत जजेस को भी इफ़ेक्ट पड़ा, इफ़ेक्ट लॉयर्स को पड़ा, कईयों ने अपनी जान गंवाई, कईयों ने अपने साथियों को गया, कई जजेस की डेथ हुई, कोई लॉयर्स की फैमिली के मेंबर्स की डेथ हुई, जिसके कारण ये दहशत फैलाना सबसे बुरी बात है। इसको लड़ने के लिए जो डॉक्टर साहब ने या चौधरी साहब ने बताया, जो नॉर्म्स हैं उसके अकॉर्डिंग आप जो सोशल डिस्टेंसिंग रखनी चाहिए, अपने आप को क्लीन रखना चाहिए, मास्क पहने बिना नहीं बैठना चाहिए या बात नहीं करनी चाहिए, और जितना कम से कम हो सके बाहर के लोगों के साथ कांटेक्ट में आए, वो सबसे ज़्यादा। बहुत शुक्रिया उमेश शौरी जी। डॉक्टर लखनपाल, मेरा एक क्वेश्चन हो रहेगा ਤੁਹਾਨੂੰ, बड़ा इंपॉर्टेंट क्वेश्चन है। ਜਿਹੜਾ ਹੁਣ ਨਵਾਂ ਵੇਰੀਐਂਟ ਆ ਰਿਹਾ, ਜਿਹਦੇ ਬਾਰੇ ਅਸੀਂ ਮੇਨ ਗੱਲ ਕਰ ਰਹੇ ਹਾਂ, ਡੈਲਟਾ ਵੇਰੀਐਂਟ, ਇਹਦੇ ਲੱਛਣ ਕੀ ਹੈਗੇ ਨੇ ਐਕਚੁਅਲ, ਜਿੱਦਾਂ ਆਮ ਆਦਮੀ ਪਛਾਣ ਕਰ ਸਕੇ ਵੀ ਇਹ ਡੈਲਟਾ ਵੇਰੀਐਂਟ ਹੋ ਸਕਦਾ ਹੈ, ਤੇ ਇਹਨੂੰ ਮਤਲਬ ਐਗਜ਼ੈਕਟਲੀ ਮਤਲਬ ਜਿੱਦਾਂ ਹੁਣ ਉੱਦਾਂ ਤੇ ਕਹਿ ਰਹੇ ਵੀ ਇਹ ਸ਼ਾਇਦ ਏਸਿਮਟੋਮੈਟਿਕ ਹੈ, ਇਹਦੇ ਵਿੱਚ ਕੋਈ ਖਾਂਸੀ ਜ਼ੁਕਾਮ ਨਹੀਂ ਹੁੰਦਾ, ਕੋਈ ਚੈਸਟ ਦਾ ਉਹ ਕੋਈ ਪੰਗਾ ਨਹੀਂ ਹੈਗਾ, ਬਲੋਕੇਜ ਦਾ, ਜੋੜਾਂ ਦੀਆਂ ਦਰਦਾਂ ਹੁੰਦੀਆਂ, ਜੋ ਆਮ ਤਾਂ ਜਿੱਦਾਂ ਲੋਕਾਂ ਦੇ ਇੱਕ ਨੈਟ ਤੇ ਕਹਿ ਲਓ ਜਾਂ ਖਬਰਾਂ 'ਚ ਕਹਿ ਲਓ ਜਾਂ ਜਿੱਦਾਂ ਚੀਜ਼ਾਂ ਆਉਂਦੀਆਂ, ਬਟ ਬੀਇੰਗ ਅ ਡਾਕਟਰ, ਬੀਇੰਗ ਅ ਐਕਸਪਰਟ, ਟੈਕਨੀਕਲ ਐਕਸਪਰਟ, ਪਲੀਜ਼ ਇਹ ਦੱਸੋ ਵੀ ਇਹ ਨਵੇਂ ਸਵਰੂਪ ਨੂੰ ਪਹਿਚਾਨਿਆ ਕਿੱਦਾਂ ਜਾ ਸਕਦਾ? ਪਹਿਲੇ ਤੁਹਾਨੂੰ ਡਰਾਂਗਾ ਮੈਂ, ਤੇ ਫਿਰ ਥੋੜਾ ਜਿਹਾ ਪੋਜ਼ਿਟਿਵ ਮੈਂ ਤੁਹਾਨੂੰ ਵਿਊ ਵੀ ਦੇਵਾਂਗਾ। ਤੇ ਜਿਹੜਾ ਡੈਲਟਾ ਵੇਰੀਐਂਟ ਹੈ, ਦੇਖੋ ਜਿਹੜਾ ਕਰੋਨਾ ਵਾਇਰਸ ਹੈ ਬਦਨਾਮ ਹੈ ਆਪਣਾ ਰੂਪ ਬਦਲਣ ਲਈ, ਤੇ ਬਾਈ ਨੇਚਰ ਸਾਰੇ ਆਰਐਨਏ ਵਾਇਰਸ ਨੇ ਉਹ ਮਿਊਟੇਟ ਕਰਦੇ ਹੀ ਕਰਦੇ ਨੇ, ਇਹ ਕਰੋਨਾ ਦੀ ਖਾਸੀਅਤ ਹੈ ਨਹੀਂ, ਠੀਕ ਹੈ। ਚਾਹੇ ਉਹ ਮਰਜ਼ ਹੋ, ਮਿਡਲ ਈਸਟ ਜਿਹੜਾ ਫੈਲਿਆ ਸੀਗੀ ਬਿਮਾਰੀ, ਉਹਦੀ ਮੋਰਟੈਲਿਟੀ 35% ਸੀ, ਭਾਵੇਂ ਸਾਰਸ ਹੋ 2003 ਦਾ, ਉਹ ਵੀ ਚਾਈਨਾ ਤੋਂ ਹੀ ਆਇਆ ਸੀਗਾ, ਉਹਦੀ ਮੋਰਟੈਲਿਟੀ 10% ਸੀਗੀ, ਤੇ ਇਹਨੇ ਰੂਪ ਬਦਲਣਾ ਹੀ ਹੈਗਾ। ਤੇ ਆਈ ਥਿੰਕ ਵੇਰੀਐਂਟਸ ਦੇ ਚੱਕਰ 'ਚ ਨਹੀਂ ਪੈਣਾ, ਕਿਉਂਕਿ ਇਹਨਾਂ ਦੇ ਲੱਛਣ ਡਿਫਰੈਂਟ ਨਹੀਂ ਹੁੰਦੇ। ਬਾਕੀ ਜਿਹੜਾ ਡੈਲਟਾ ਵੇਰੀਐਂਟ ਹੈ ਉਹਦੇ 'ਚ ਆਪਾਂ ਜਿਹੜੀਆਂ ਥੋੜ੍ਹੀਆਂ ਡਿਫਰੈਂਟ ਜਿਹੜਾ ਵੱਖਰੇ ਥੋੜ੍ਹਾ ਉਹਨਾਂ ਦਾ ਪੈਟਰਨ ਦੇਖਿਆ, ਉਹ ਇਹ ਹੈ ਕਿ ਇਹਦੇ 'ਚ ਲੋਸ ਆਫ ਟੇਸਟ ਤੇ ਸਮੈਲ ਘੱਟ ਹੁੰਦਾ। ਪਹਿਲੀ ਵੇਵ 'ਚ ਆਪਾਂ ਦੇਖਿਆ ਕਿ ਜਿਨ੍ਹਾਂ ਨੂੰ ਲੋਸ ਆਫ ਸਮੈਲ ਹੋ ਗਿਆ, ਟੇਸਟ ਹੋ ਗਿਆ, ਉਹਨਾਂ ਨੂੰ ਹੋਰ ਕੁਝ ਨਹੀਂ ਹੁੰਦਾ ਸੀਗਾ, ਪਰ ਘੱਟ ਤੋਂ ਘੱਟ 10-20% ਜਿਹੜੇ ਮਰੀਜ਼ ਹੁੰਦੇ ਸੀ ਉਹਨਾਂ ਨੂੰ ਇਹ ਲੱਛਣ ਹੁੰਦਾ ਸੀ, ਪਰ ਉਹ ਇਨਵੇਰੀਏਬਲੀ ਔਰ ਪਤਾ ਨਹੀਂ ਕਿਉਂ ਬਿਨਾਂ ਕੰਪਲਿਕੇਟ ਹੋਏ ਠੀਕ ਹੋ ਜਾਂਦੇ ਸੀਗੇ, ਪਰ ਇਹ ਲੱਛਣ ਇਸ ਵੇਵ 'ਚ ਘੱਟ ਦੇਖਣ ਨੂੰ ਮਿਲਿਆ। ਸੈਕੰਡਲੀ ਜਿਹੜੇ ਪ੍ਰੋਮੀਨੈਂਟ ਸਿੰਪਟਮ ਇਸ ਵੇਰੀਐਂਟ ਦੇ ਸੀਗੇ ਉਹ ਇਹ ਹੈ ਕਿ ਯੰਗਰ ਜਨਰੇਸ਼ਨ 28, 29, 30, 32 ਸਾਲ ਦੇ ਪੇਸ਼ੈਂਟਸ ਨੂੰ ਵੀ ਨਾ ਇਸਨੇ ਇਫੈਕਟ ਕੀਤਾ। ਲੰਗ ਇਨਵੋਲਵਮੈਂਟ ਥੋੜ੍ਹੀ ਜ਼ਿਆਦਾ ਸੀ, ਠੀਕ ਹੈ, ਇਸ ਕਰਕੇ ਪਰਹੈਪਸ ਸਾਡੀ ਪੋਪੂਲੇਸ਼ਨ ਵੀ ਜ਼ਿਆਦਾ ਹੈ, ਸਾਡੀ ਜਨਸੰਖਿਆ ਆਬਾਦੀ ਜ਼ਿਆਦਾ ਹੈ, ਉਸ ਕਰਕੇ ਤਾਂ ਥੋੜ੍ਹਾ ਲੰਗ ਇਨਵੋਲਵਮੈਂਟ ਜ਼ਿਆਦਾ ਸੀਗੀ, ਉਹ ਕਰਕੇ ਆਕਸੀਜਨ ਦੀ ਸ਼ਾਰਟੇਜ ਹੋਈ ਕਿਉਂਕਿ ਰਿਕੁਆਇਰਮੈਂਟ ਜ਼ਿਆਦਾ ਸੀਗੀ। ਲੱਛਣਾਂ 'ਚ ਦੇਖੀਏ ਹਮੇਸ਼ਾ ਇਹ ਹੈ ਕਿ ਜਿੱਦਾਂ ਚੌਧਰੀ ਸਰ ਕਹਿ ਰਹੇ ਸੀਗੇ ਕਿ ਇਹ ਸਿੰਪਟੋਮੈਟਿਕ ਪਹਿਲੀ ਵੇਵ 'ਚ ਵੀ ਸੀਗੇ, ਹੁਣ ਵੀ ਇਹ ਮੰਨ ਕੇ ਚੱਲੋ ਤੇ ਇੰਗਲੈਂਡ 'ਚ ਵੀ 1/3 3 ਤੋਂ 1 ਬੰਦਾ ਜਿਹੜਾ ਹੈ ਕੋਈ ਵੀ ਵੇਰੀਐਂਟ ਹੋ ਉਹ ਇਹ ਸਿੰਪਟੋਮੈਟਿਕ ਹੋਣਾ। ਹੋਰ ਵੀ ਜ਼ਰੂਰੀ ਹੋ ਜਾਂਦਾ ਸੋਸ਼ਲ ਡਿਸਟੈਂਸਿੰਗ ਕਰਨਾ, ਇਹ ਕਰਕੇ ਤੁਹਾਨੂੰ ਪਤਾ ਹੀ ਨਹੀਂ ਚੱਲਣਾ। ਬੱਚਿਆਂ ਨੂੰ ਸੁਪਰ ਸਪਰੈਡਰ ਕਹਿੰਦੇ ਨੇ ਕਿਉਂਕਿ ਉਹਨਾਂ ਨੂੰ ਕੋਈ ਲੱਛਣ ਨਹੀਂ ਹੁੰਦਾ, ਪਰ ਉਹ ਮਾਪੇ ਨੂੰ ਵੀ ਮਿਲਦੇ, ਪਾਪਾ ਆਫਿਸ ਤੋਂ ਆਏ ਬਿਮਾਰੀ ਲੈ ਕੇ ਉਹਨਾਂ ਜੱਫੀ ਪਾਈ ਤੇ ਜਾ ਕੇ ਦਾਦਾ ਦਾਦੀ ਬਜ਼ੁਰਗ ਹੈਗੇ ਡਾਇਬੀਟਿਕ ਉਹਨਾਂ ਨੂੰ ਮਿਲੇ, ਹੋ ਗਈ ਬਿਮਾਰੀ ਟਰਾਂਸਮਿਟ। ਤੇ ਸਿੰਪਟਮਸ ਬੱਚਿਆਂ 'ਚ ਘੱਟ ਹੁੰਦੇ ਨੇ ਤੇ 1/3 ਅਡਲਟ ਪੋਪੂਲੇਸ਼ਨ 'ਚ ਵੀ ਉਹ ਏਸਿਮਟੋਮੈਟਿਕ ਹੋਣੇ।
ਇਹ ਵੇਰੀਐਂਟ ਜਿਹੜਾ ਹੈਗਾ ਉਹਦੇ 'ਚ ਆਪਾਂ ਲਾਸ ਆਫ ਟੇਸਟ ਸਮੈਲ ਘੱਟ ਦੇਖਿਆ, ਹੈਡੇਕ ਸਰ ਦਰਦ ਬਹੁਤ ਹੋਇਆ, ਗਲਾ ਖਰਾਬ ਜ਼ਿਆਦਾ ਹੋਇਆ, ਜ਼ੁਕਾਮ ਹੋਇਆ, ਜਿਹੜਾ ਮੌਸਮੀ ਨਜ਼ਲਾ ਉਹ ਵਾਲੇ ਸਿੰਪਟਮਸ ਗਰਮੀ 'ਚ ਵੀ ਤੇ ਜਿਹੜਾ ਸਪਰਿੰਗ ਸੀਜ਼ਨ ਹੈ ਉਹਦੇ 'ਚ ਦੇਖੇ। ਬੋਡੀ ਏਕ, ਸੋਰ ਥਰੋਟ, ਹੈਡੇਕ ਇਹ ਜ਼ਿਆਦਾ ਦੇਖਣ ਨੂੰ ਮਿਲਿਆ। ਖੰਘ ਘੱਟ ਹੋਈ ਪਰ ਲੰਗ ਇਨਵੋਲਵਮੈਂਟ ਜ਼ਿਆਦਾ ਹੋਈ। ਹੁਣ ਪੋਜ਼ਿਟਿਵ ਇਹਦਾ ਆਸਪੈਕਟ ਇਹ ਹੈ ਕਿ ਭਾਵੇਂ ਉਹ ਸਾਊਥ ਅਫਰੀਕਾ ਦਾ ਵੇਰੀਐਂਟ ਹੋ, ਬ੍ਰਾਜ਼ੀਲ ਦਾ ਹੋ, ਭਾਵੇਂ ਉਹ ਡੈਲਟਾ ਵੇਰੀਐਂਟ ਹੋ, ਭਾਵੇਂ ਯੂਕੇ ਦਾ ਵੀ ਉਹ ਐਲਫਾ ਪਲੱਸ ਵਾਲਾ ਜਿਹੜਾ ਹੈਗਾ 484, ਭਾਵੇਂ ਉਹ ਹੋ, ਨੈਚੁਰਲ ਇਨਫੈਕਸ਼ਨ ਕਰਕੇ ਜਿਹੜੀ ਇਮਿਊਨਿਟੀ ਬਣੀ ਉਹਦੀ ਇਫੈਕਟਿਵਿਟੀ ਵੇਰੀਐਂਟਸ ਥੋੜੀ ਘੱਟ ਹੈ। ਵੈਕਸੀਨ ਲਗਾ ਕੇ ਜਿਹੜੀ ਇਮਿਊਨਿਟੀ ਬਣਦੀ ਹੈ, ਸਾਊਥ ਅਫਰੀਕਨ ਵੇਰੀਐਂਟ ਜੋ ਹੈ ਉਹਨੂੰ ਬਾਈਪਾਸ ਕਰ ਜਾਂਦਾ ਤੇ ਉਹਦੀ ਇਫੈਕਟਿਵਿਟੀ ਵੀ ਜਿਹੜੀ ਹੈ ਐਸਟਰਾਜ਼ੈਨਿਕਾ ਦੀ 92 ਤੋਂ ਘੱਟ ਕੇ 70% ਆ ਜਾਂਦੀ ਹੈ। ਪਰ ਜਿਹੜੀ ਮੋਨੋਕਲੋਨਲ ਐਂਟੀਬਾਡੀਆਂ ਹੋ ਗਈਆਂ ਉਹ ਫੁੱਲੀ ਇਫੈਕਟਿਵ ਨੇ ਤੇ ਡੈਥ ਤੋਂ ਪ੍ਰੋਟੈਕਸ਼ਨ ਫਰਮ ਵੈਕਸੀਨ ਇਜ਼ ਸਟਿਲ 100% ਇਨ ਪੀਪਲ ਹੂ ਆਰ, ਜਿਹੜੇ ਲੋਕ ਜਿਹੜੇ ਫੁੱਲੀ 100% ਦੋਨੋਂ ਖੁਰਾਕਾਂ ਲੈ ਕੇ ਜਿਹੜੇ ਵੈਕਸੀਨੇਟਿਡ ਨੇ। ਤੇ ਜਿਹੜੇ ਦਰਸ਼ਕ ਨੇ ਉਹ ਜਿਹੜੇ ਸੁਣ ਰਹੇ ਨੇ, ਆਈ ਥਿੰਕ ਜ਼ਿਆਦਾ ਲੱਛਣਾਂ ਦੇ ਬਾਰੇ ਸੋਚਣਾ ਨਹੀਂ। ਜੇ ਤੁਹਾਡਾ ਬਦਨ ਟੁੱਟ ਰਿਹਾ ਹੈ, ਸਰ ਦਰਦ ਹੈ, ਗਲਾ ਖਰਾਬ ਹੈ, ਜ਼ੁਕਾਮ ਖਾਂਸੀ ਹੈ, ਬੁਖਾਰ ਭਾਵੇਂ ਹੈ ਜਾਂ ਨਹੀਂ, ਜਾਂ ਹੈ ਵੀ, ਤਾਂ ਬੈਸਟ ਹੈ ਕਿ ਤੁਸੀਂ ਜਾ ਕੇ ਡਾਕਟਰ ਨੂੰ ਮਿਲੋ। ਥੈਂਕ ਯੂ ਡਾਕਟਰ ਸਾਹਿਬ। ਦੋਸਤੋ ਤੁਸੀਂ ਸੁਣਿਆ ਡਾਕਟਰ ਅਰੁਣ ਲਖਨਪਾਲ ਨੇ ਸਾਨੂੰ ਡੈਲਟਾ ਵੇਰੀਐਂਟ ਬਾਰੇ ਕਾਫੀ ਅੱਛੀ ਜਾਣਕਾਰੀ ਦਿੱਤੀ। ਇਸ ਵੇਰੀਐਂਟ ਦੇ ਬਾਰੇ ਬਹੁਤ ਜ਼ਿਆਦਾ ਅਗਰ ਡਰ ਪੈ ਖੌਫ ਹੈਗਾ ਤਾਂ ਉਹ ਹੈਗਾ ਛੋਟੇ ਬੱਚਿਆਂ ਨੂੰ ਲੈ ਕੇ। ਔਰ ਜਦ ਤੱਕ ਕਿਸੇ ਚਾਈਲਡ ਸਪੈਸ਼ਲਿਸਟ ਦੇ ਕੋਲੋਂ ਇਹਦਾ ਐਗਜ਼ੈਕਟ ਜਿਹੜੀ ਚੀਜ਼ਾਂ ਹੈ ਉਹ ਸਾਡੇ ਤੱਕ ਨਾ ਸਾਹਮਣੇ ਆਉਣਗੀਆਂ ਤੇ ਕਿਤੇ ਨਾ ਕਿਤੇ ਅਸੀਂ ਭਰਮ ਦੇ ਵਿੱਚ ਹੀ ਘੁੰਮਦੇ ਫਿਰਦੇ ਰਹਾਂਗੇ। ਡਾਕਟਰ ਨਿਧੀ ਮਲਹੋਤਰਾ, ਮੇਰਾ ਇੱਕ ਸਵਾਲ ਹੈ ਤੁਹਾਡੇ ਕੋਲੋਂ। ਇਹ ਜਿਹੜਾ ਡੈਲਟਾ ਵੇਰੀਐਂਟ ਹੈ ਇਹਦੇ ਬਾਰੇ ਜਿਹੜੀ ਇੱਕ ਗੱਲ ਸਭ ਤੋਂ ਜ਼ਿਆਦਾ ਕਹੀ ਜਾ ਰਹੀ ਹੈ ਵੀ ਇਹ ਬੱਚਿਆਂ ਲਈ ਘਾਤਕ ਹੈ। ਇਹ ਬੱਚਿਆਂ ਲਈ ਖਤਰਨਾਕ ਕਿਉਂ ਕਿਹਾ ਜਾ ਰਿਹਾ ਹੈ? ਸਭ ਤੋਂ ਪਹਿਲੀ ਗੱਲ ਤੇ ਮੈਂ ਦੱਸਣਾ ਚਾਹਾਂਗਾ ਕਿ ਇਹ ਬੱਚਿਆਂ ਵਾਸਤੇ ਜ਼ਿਆਦਾ ਘਾਤਕ ਨਹੀਂ ਹੈ। ਟੂ ਬੀ ਵੈਰੀ ਫਰੈਂਕ, ਇਹ ਤੋਂ ਮਤਲਬ ਡਰੋ ਨਾ। ਬੱਚੇ ਜ਼ਿਆਦਾਤਰ ਏਸਿਮਟੋਮੈਟਿਕ ਹੀ ਰਹੇ ਹੈ। 90 to 95% ਬੱਚੇ ਉਹਨਾਂ ਨੂੰ ਕੋਈ ਸਿੰਪਟਮ ਨਹੀਂ ਆਇਆ। ਜਿੱਦਾਂ ਡਾਕਟਰ ਅਰੁਣ ਨੇ ਸਮਝਾਇਆ ਸੀ ਤੁਹਾਨੂੰ, ਇਹ ਸੁਪਰ ਸਪਰੈਡਰਸ ਹੈਗੇ ਆ ਕਿ ਮਤਲਬ ਬੱਚਿਆਂ ਨੂੰ ਹੁੰਦਾ ਹੈ ਪਰ ਉਹਨਾਂ ਨੂੰ ਪਤਾ ਨਹੀਂ ਹੁੰਦਾ। ਮਾਪਿਓ ਕੋਲ ਜਾਂ ਦਾਦਾ ਦਾਦੀ ਕੋਲ ਜਾਂਦੇ ਤੇ ਉਹਨਾਂ ਨੂੰ ਹੋ ਜਾਂਦਾ ਹੈ। ਇਸ ਕਰਕੇ ਨੰਬਰ 1। ਦੂਸਰਾ, ਬੱਚਿਆਂ 'ਚ ਜਿਹੜੇ ਲੱਛਣ ਹੈ ਡੈਲਟਾ ਦੇ ਜਿਹੜੇ ਆਏ ਹੈ ਉਹ ਕੀ ਕਹਿੰਦੇ, ਬਿਕੋਜ਼ ਲੰਗਸ ਵਾਲੇ ਲੱਛਣ ਬਹੁਤ ਘੱਟ ਆਇਆ। ਬਿਕੋਜ਼ ਏਸ ਇਨਹੀਬਿਟਰਸ ਉਹ ਹੁੰਦੇ ਆ ਕੀ ਕਹਿੰਦੇ ਰਿਸੈਪਟਰਸ ਜਿਹੜੇ ਹੁੰਦੇ ਆ ਬੱਚਿਆਂ ਦੇ ਲੰਗਸ 'ਚ, ਉਹ ਬਹੁਤ ਘੱਟ ਪਾਏ ਗਏ ਹੈ ਬੱਚਿਆਂ 'ਚ। ਇਸ ਕਰਕੇ ਬੱਚਿਆਂ 'ਚ ਲੰਗਸ ਦੀ ਬਿਮਾਰੀ ਨਹੀਂ ਆਈ ਹੈ ਉਨੀ ਜਿੰਨੀ ਪੇਟ ਦੀ ਤੇ ਦੂਜੀ ਬਿਮਾਰੀਆਂ ਆਈਆਂ। ਪੇਟ 'ਚ ਦਰਦ ਹੋਣਾ, ਉਲਟੀਆਂ ਟੱਟੀਆਂ ਹੋਣੀਆਂ, ਜਾਂ ਰੈਸ਼ਿਜ਼ ਹੋਣੇ, ਜਾਂ ਪਰਸਿਸਟੈਂਟ ਫੀਵਰ ਰਹਿਣਾ, ਉਹ ਵਾਲੀ ਬਿਮਾਰੀ ਜ਼ਿਆਦਾ ਆਈ ਹੈ ਬੱਚਿਆਂ 'ਚ। ਤੇ ਸਭ ਤੋਂ ਜ਼ਰੂਰੀ ਹੈ ਦੱਸਣਾ ਕਿ ਉਹ ਜ਼ਿਆਦਾ ਘਾਤਕ ਨਹੀਂ ਹੈ। ਨੰਬਰ ਆਫ ਕੇਸਿਸ ਜ਼ਰੂਰ ਐਤਕੀ ਬੱਚਿਆਂ 'ਚ ਜ਼ਿਆਦਾ ਹੋਇਆ ਕਿਉਂਕਿ ਇਹ ਜਿਹੜਾ ਸਟ੍ਰੇਨ ਸੀਗਾ ਵਿਰੂਲੈਂਟ ਸੀਗਾ, ਜ਼ਿਆਦਾ ਇਨ ਪ੍ਰੋਪੋਰਸ਼ਨ ਓਨਾ ਹੀ ਹੈ ਜਿੰਨੇ ਵੱਡੇ ਤੇ ਬੱਚਿਆਂ 'ਚ ਪਹਿਲੇ ਹੋਇਆ ਸੀ ਫਸਟ ਵੇਵ 'ਚ, ਉਨਾ ਹੀ ਪਰਸੈਂਟੇਜ ਐਤਕੀ ਹੋਇਆ ਬੱਚਿਆਂ 'ਚ। ਜਿਹੜਾ ਨੰਬਰ ਆਫ ਮਤਲਬ ਬਿਕੋਜ਼ ਨੰਬਰ ਆਫ ਕੇਸਿਸ ਜ਼ਿਆਦਾ ਸੀਗੇ, ਇਸ ਕਰਕੇ ਨੰਬਰ ਆਫ ਕੇਸਿਸ ਇਨ ਬੱਚਿਆਂ ਜ਼ਿਆਦਾ ਹੋ ਗਏ ਤੇ ਲੋਕ ਸਾਰੇ ਡਰ ਗਏ ਕਿ ਬੱਚਿਆਂ 'ਚ ਜ਼ਿਆਦਾ ਹੋ ਰਿਹਾ। ਤੇ ਇੱਕ ਹੋਰ ਗੱਲ ਦੱਸਣਾ ਚਾਹਾਂਗਾ ਕਿ ਥਰਡ ਵੇਵ 'ਚ ਵੀ ਬੱਚਿਆਂ 'ਤੇ ਜ਼ਿਆਦਾ ਅਸਰ ਨਹੀਂ ਆਏਗਾ ਕਿਉਂਕਿ ਇੱਕ ਸੀਰੋ ਸਰਵੇ ਅਸੀਂ ਲੋਕ ਐਂਟੀਬੋਡੀਜ਼ ਟੈਸਟ ਕੀਤਾ ਹੈਗਾ ਜੋ ਕਿ ਪਾਇਆ ਗਿਆ ਕਿ 60 to 70% ਬੱਚੇ ਜਿਹੜੇ ਹੈਗੇ ਆ ਉਹ क्या कहते हैं एंटीबॉडी पॉजिटिव है, मतलब उन्होंने बीमारी हो चुकी है। तो ਜਿਹੜਾ ਹੁਣ ਥਰਡ ਵੇਵ ਵੀ ਆਏਗੀ ਤੇ ਉਹਦੇ ਵਿੱਚ ਬੱਚਿਆਂ ਨੂੰ ਇੰਨਾ ਜ਼ਿਆਦਾ ਨਹੀਂ ਤੰਗ ਕਰੇਗੀ ਬਿਮਾਰੀ। ਇਹ ਮੈਂ ਸਮਝਾਉਣਾ ਚਾਹਾਂਗਾ। अशोक जी, ਤੁਹਾਡਾ ਕੋਈ ਸਵਾਲ डॉक्टर निधि मल्होत्रा ਲਈ? सबसे बड़ी बात ये है कि बच्चों को डेल्टा वेरिएंट ने अफेक्टेड किया नहीं किया, ये कैसे पहचाना जाएगा? पीछे कि माँ बाप को इतने सिंसियर ने इतना नॉलेज नहीं रहता है क्योंकि न तो बच्चा बोल सकता है न समझा सकता है। तो अब उसकी बॉडी लैंग्वेज क्या होगी, क्या होता, कैसे लोग मतलब पहचानेंगे कि हमारे बच्चों को इस तरह के लक्षण पैदा हो रहे हैं? बहुत डिफ़िकल्ट है बच्चों में ये ढूंढना, लेकिन कोई भी बच्चा आजकल पेंडेमिक के इसमें आता है जिसको फीवर है और परसिस्ट कर रहा है, उसका वो टेस्ट ही करने से पता चलेगा।
क्योंकि बच्चों में स्पेसिफिक, क्योंकि उल्टियाँ टट्टियाँ की बीमारी आजकल सीज़न में आता है, तो बिना टेस्ट किए 100% कहना कि इसको वो है बहुत डिफ़िकल्ट है कोरोना हुआ कि नहीं हुआ। कोई मोटा लक्षण जो जिससे माँ बाप में अवेयरनेस आ जाए कि चलिए शायद नहीं, तो ज़्यादातर तो यहाँ पे लोग अवॉइड कर जाते हैं ना, जब तक कोई चीज़ क्रोनिक ना हो जाए तब तक नहीं आता। तो बच्चा है कि वो बोल ही नहीं सकता है, नहीं बता सकता है, तो ये तो जो एक्सपर्ट है वही जानते हैं ना, उसकी बॉडी लैंग्वेज से एसेस करते हैं या गैस लगाते हैं कि हाँ ये भी हो सकता है। बच्चों में आपको मैं एक और बताना चाहूँगा कि एक हाइपर इम्यून डिसऑर्डर करके एक बीमारी MISC आया है, मल्टी सिस्टम इन्फ्लेमेटरी सिंड्रोम कहते हैं इसको। ये कुछ लक्षण होते हैं बीमारियों के, जो कि वो खतरनाक बीमारी है जो बच्चों में आई है। जिन घरों में कोरोना हो चुका है 2 से 3 हफ्ते पहले या महीना पहले हो चुका है, उन बच्चों को थोड़ी बहुत बीमारी हुई, पता नहीं चला, ठीक हो गए। लेकिन वो अगर बच्चे हमारे पास आते हैं जिनका एंटीबॉडी पॉजिटिव है, आफ्टर 2 से 3 हफ्ते के बाद आ रहे हैं, उनका अगर एंटीबॉडी पॉजिटिव है और उनका बुखार नहीं टूट रहा, पहले हम लोग कहते थे पहला एक दिन बुखार आ रहा है वेट कर लो, क्या कहते हैं कोई नहीं बुखार ठीक हो जाएगा 2-3 दिन में। लेकिन आजकल हम लोग समझाते हैं कि बच्चे को अगर हाई ग्रेड फीवर आ रहा है तो पहले दिन ही आ जाओ, सो दैट हमें क्या कहते हैं टेस्ट करने या हमें पता चल जाए कि वो अगर बच्चे को, माँ बाप को पहले हुआ है और 2-3 हफ्ते बाद बच्चे को या बीमारी आ रही है, तो वो ज़्यादातर MIS में आ रही है। ये वाली बीमारी थोड़ी घातक हो सकती है। इसमें क्या कहते हैं लक्षण जो होते हैं, हाई ग्रेड फीवर जो परसिस्ट करता है वो देखना होता है। इसमें बच्चों को एलर्जी के सिम्टम्स, स्किन की एलर्जी, आंखें लाल रहना, ये हो सकता है। पेट में दर्द, बहुत ज़्यादा दर्द होना, उल्टियाँ और टट्टियाँ होना, ये सारी जो खतरनाक चीज़ें, सबसे ज़रूरी है ये देख लेना कि बच्चे को उसी समय हम चेक करते हैं, क्योंकि ये हार्ट को भी इन्वॉल्व करता है बच्चों को। एकदम से बच्चे शॉक में चले जाते हैं। तो ऐसे MISC वाले बच्चे, जो कि बहुत कम परसेंटेज है, मैं डरा नहीं रहा, सिर्फ 1% है, लेकिन मैं सिर्फ ये लोगों को समझाना चाहता हूँ कि जो भी बच्चे हाई ग्रेड फीवर के साथ हों, पहले दिन ही आ जाए। जिनको पेट दर्द बहुत ज़्यादा हो रहा हो, और या क्या कहते हैं जिनको रैशेस वगैरह हो रहे हों, या कोई भी और, क्योंकि हर ये इवन एंसेफेलोपैथी, ब्रेन को भी ये वाली बीमारी कर सकती है, लिवर को भी कर सकती है इफेक्ट। इसमें लिवर के एंजाइम्स भी बढ़ जाते हैं, उल्टियाँ लग जाती हैं, सारा कुछ हमने देखना होता है। तो इस पेंडेमिक में कोई भी अगर बच्चे को बीमारी है तो घर में ना बैठें, डॉक्टर की सलाह जरूर लें, क्योंकि बच्चे बड़ों की तरह नहीं कि वो ऑनलाइन हो रहा है, क्या कहते हैं बच्चों से बड़ों का तो इलाज हो गया कि उन्होंने घर बैठे ही डॉक्टरों से पूछा, इलाज हो गया। बच्चे लेकिन नहीं कर पाएंगे, बच्चों को बच्चों के डॉक्टर के पास जरूर लेके आएँ। हम अपनी एहतियात पूरी इस्तेमाल कर रहे हैं, हम क्या कहते हैं अपना पूरा मास्क और वो सब और सोशल डिस्टेंसिंग मेंटेन करने, जो कि बहुत ज़रूरी है। बहुत बहुत शुक्रिया डॉक्टर निधि मल्होत्रा। मेरा अगला सवाल है जी, मेरे भाभी जी अरुणा अरोड़ा जी काउंसलर ने ਜਿਹੜੇ एक गल दसो, पंजाब सरकार वालों लॉकडाउन ਜਿਹੜਾ टोटली फुली अनलॉक करता गया। पंजाब ਦੇ ਵਿੱਚ ਕਿਹਾ ਗਿਆ ਵੀ ਕੇਸਾਂ ਦੀ ਗਿਣਤੀ ਘਟਦੀ ਜਾ ਰਹੀ ਹੈ, ਕਰੋਨਾ ਦੇ ਵਿੱਚ ਕਮੀ ਪਾਈ ਜਾ ਰਹੀ ਹੈ, ਰਿਕਵਰੀ ਰੇਟ ਵੱਧ ਗਿਆ ਹੈ, ਤੇ ਲੋਕਾਂ ਦੀ ਵੀ ਮੰਗ ਕਾਫੀ ਸੀਗੀ ਵੀ ਇਹ ਜਿਹੜਾ ਲੌਕਡਾਊਨ ਹੈ ਇਹਦੇ ਨਾਲ ਕਾਫੀ ਖਰਾਬੀਆਂ ਹੋ ਰਹੀਆਂ ਤੇ ਇਹਨੂੰ ਜਲਦ ਤੋਂ ਜਲਦ ਖੋਲ੍ਹਿਆ ਜਾਏ ਸਾਡੀ ਪੰਜਾਬ ਦੀ ਇਕਨੋਮੀ ਨੂੰ ਦੇਖਦੇ ਹੋਏ। ਪਰ ਨਾਲ ਹੀ ਇਹ ਵੀ ਹੈਗਾ ਵੀ ਲੌਕਡਾਊਨ ਖਤਮ ਹੁੰਦੇ ਹੀ ਸਾਰੇ ਬੰਦੇ ਲਾਪਰਵਾਹ ਦੇਖਣ ਨੂੰ ਮਿਲ ਰਹੇ ਨੇ। ਤੇ ਮੇਰਾ ਸਵਾਲ ਤੁਹਾਨੂੰ ਇਹ ਹੈ ਵੀ ਆਪਾਂ ਤੀਸਰੀ ਵੇਵ ਦੀ ਵੀ ਗੱਲ ਕਰ ਰਹੇ ਹਾਂ, ਮਾਹਰ ਡਾਕਟਰਾਂ ਨੇ ਵੀ ਆਪਣੀ ਗੱਲ ਸਾਨੂੰ ਰਾਏ ਦੱਸੀ ਹੈ, ਆਪਣੇ ਵਿਚਾਰ ਦੱਸੇ ਨੇ, ਤੇ ਬੀਇੰਗ ਅ ਪੋਲੀਟੀਸ਼ੀਅਨ, ਬੀਇੰਗ ਅ ਕਾਉਂਸਲਰ, ਔਰ ਜਿਹੜਾ ਕਿ ਤੁਸੀਂ ਡਾਇਰੈਕਟ ਤੁਹਾਡਾ ਕੰਟੈਕਟ ਹੈਗਾ ਲੋਕਾਂ ਦੇ ਵਿੱਚ ਵਿਚਰਦੇ ਹੋ ਤੁਸੀਂ ਸਵੇਰ ਤੋਂ ਸ਼ਾਮ ਤੱਕ, ਕਿਹੜੀ ਕਿਹੜੀ ਇਹੋ ਜਿਹੀ ਇਹਤਿਆਤ ਹੈ ਸਾਨੂੰ ਲੋਕਡਾਊਨ ਖੁੱਲ੍ਹਣ ਤੋਂ ਬਾਅਦ ਵੀ ਜਿਹੜੀ ਹੈ ਛੱਡਣੀ ਨਹੀਂ ਚਾਹੀਦੀ, ਹਰ ਹਾਲ 'ਚ ਉਹਦਾ ਖਿਆਲ ਰੱਖਣਾ ਚਾਹੀਦਾ, ਤਾਂ ਕਿ ਅਸੀਂ ਜਿਹੜੀ ਤੀਸਰੀ ਵੇਵ ਹੈ ਉਹਦੇ ਵਿੱਚ ਇਹੋ ਜਿਹਾ ਕੁਝ ਨਾ ਕਰ ਜਾਈਏ ਵੀ ਅਸੀਂ ਫੇਰ ਦੁਬਾਰਾ ਲੋਕਡਾਊਨ ਵਰਗਾ ਅਭਿਸ਼ਾਪ ਜਿਹੜਾ ਉਹਨੂੰ ਸਾਨੂੰ ਇਹਨੂੰ ਫੇਰ ਝੇਲਣਾ ਪਏ ਪੰਜਾਬ ਦੇ ਲੋਕਾਂ ਨੂੰ। ਪਹਿਲੇ ਤੇ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਔਰ ਮੈਂ HNI ਚੈਨਲ ਵਾਲਿਆਂ ਦਾ, ਸਾਰੇ ਸਟਾਫ ਦਾ ਬਹੁਤ ਬਹੁਤ ਧੰਨਵਾਦ ਕਰ ਰਹੀ ਹਾਂ ਕਿ ਜਿਹੜਾ ਤੁਸੀਂ ਅੱਜ ਇਹ ਬੀੜਾ ਚੁੱਕ ਕੇ ਸਾਰੇ ਲੋਕਾਂ ਨੂੰ ਅਵੇਅਰ ਕਰ ਦਿਓ, ਕਿਉਂਕਿ ਇੱਕ ਸੋਸ਼ਲ ਮੀਡੀਆ ਇੱਕ ਇਸ ਤਰ੍ਹਾਂ ਦਾ ਮੀਡੀਆ ਜਿਹਦੇ ਥਰੂ ਸਾਰੇ ਲੋਕਾਂ ਤੱਕ ਇੱਕ ਮੈਸੇਜ ਪਹੁੰਚਦਾ ਹੈ। ਦੇਖੋ, ਜਦੋਂ ਕੋਈ ਵੀ ਬਿਮਾਰੀ ਆਉਂਦੀ ਹੈ, ਨੋਰਮਲ ਪਬਲਿਕ ਨੂੰ ਨਹੀਂ ਪਤਾ ਹੁੰਦਾ ਕਿ ਉਹ ਬਿਮਾਰੀ ਦੇ ਕੀ ਰਿਜ਼ਲਟ ਨਿਕਲਣੇ ਹੈ। ਜਿਹੜੇ ਵੀ ਸਾਡੇ ਸਾਇੰਟਿਸਟ ਹੈ ਉਹ ਪੰਜਾਬ ਸਰਕਾਰ ਤੱਕ ਇੱਕ ਮੈਸੇਜ ਦਿੰਦੇ ਹੈ, ਜਿੰਨੀਆਂ ਵੀ ਗੌਰਮੈਂਟਸ ਨੇ ਉਹਨਾਂ ਤੱਕ ਮੈਸੇਜ ਦਿੰਦੇ ਹੈ।
ਜਦੋਂ ਲੋਕਡਾਊਨ ਲਗਾਇਆ ਗਿਆ ਕਰੋਨਾ ਦੇ ਆਉਣ ਤੇ, ਉਹਦਾ ਕਾਰਨ ਕੀ ਸੀ ਕਿ ਇਹਦੇ ਵਿੱਚ ਸੋਸ਼ਲ ਡਿਸਟੈਂਸ ਬਣਾਉਣਾ ਬਹੁਤ ਜ਼ਰੂਰੀ ਸੀਗਾ, ਮਾਸਕ ਪਹਿਨਣਾ ਬਹੁਤ ਜ਼ਰੂਰੀ ਸੀ, ਲੇਕਿਨ ਲੋਕ ਅਵੇਅਰ ਨਹੀਂ ਸੀ, ਜਿਸ ਕਰਕੇ ਸਰਕਾਰ ਨੂੰ ਬਹੁਤ ਸਖਤੀ ਦਾ ਕਦਮ ਲੈਣਾ ਪਿਆ। ਉਹ ਇਸ ਕਰਕੇ ਲਿਆ ਗਿਆ ਸੀ ਕਿ ਸਾਰੇ ਲੋਕ ਅਵੇਅਰ ਹੋ ਜਾਣ ਕਿ ਅਗਰ ਅਸੀਂ ਆਪਣੀਆਂ ਦੁਕਾਨਾਂ ਵੀ ਖੋਲ੍ਹਦੇ ਹਾਂ, ਅਸੀਂ ਆਪਣੀਆਂ ਫੈਕਟਰੀਆਂ ਵੀ ਖੋਲ੍ਹਦੇ ਹਾਂ, ਹੋਰ ਵੀ ਜਿਹੜੇ ਬਿਜ਼ਨਸ ਹੈ, ਅਗਰ ਅਸੀਂ ਉਹਦੇ ਵਿੱਚ ਸੋਸ਼ਲ ਡਿਸਟੈਂਸ ਬਣਾ ਕੇ ਰੱਖਾਂਗੇ। ਫੋਰ ਐਗਜ਼ਾਮਪਲ ਇੱਕ ਦੁਕਾਨ ਹੈ, ਉਹਦੇ ਤੇ 10 ਕਸਟਮਰ ਅਗਰ ਜਾ ਰਿਹਾ ਹੈ, ਅਗਰ ਉਹ ਸੋਸ਼ਲ ਡਿਸਟੈਂਸ ਬਣਾ ਕੇ ਰੱਖਦਾ ਹੈ, ਉਹਦੇ ਨਾਲ ਕੀ ਹੋਏਗਾ, ਪਬਲਿਕ ਤੇ ਵੀ ਨਹੀਂ ਕੋਈ ਇਫੈਕਟ ਪਏਗਾ ਔਰ ਜਿਹੜਾ ਸਾਡਾ ਬਿਜ਼ਨਸ ਹੈ ਉਹਦੇ ਤੇ ਵੀ ਇਫੈਕਟ ਨਹੀਂ ਪਏਗਾ। ਲੇਕਿਨ ਲੋਕ ਇਹਦੇ ਲਈ ਅਵੇਅਰ ਨਹੀਂ ਹੋਏ, ਇਸ ਕਰਕੇ ਸਰਕਾਰ ਜਿਹੜੀ ਆ ਉਹਨੇ ਇੱਕਦਮ ਜਿਹੜਾ ਸੀ ਲੋਕਡਾਊਨ ਲਗਾ ਦਿੱਤਾ, ਲੋਕਾਂ ਨੂੰ ਕਹਿਤਾ ਕਿ ਤੁਸੀਂ ਆਪਣੇ ਘਰਾਂ ਦੇ ਅੰਦਰ ਬੈਠੋ। ਦੂਸਰੀ ਸਾਈਡ ਤੇ ਮੈਂ ਆਵਾਂ, ਡਰਨ ਦੀ ਵੀ ਇੰਨੀ ਲੋੜ ਨਹੀਂ ਹੈ, ਪੈਨਿਕ ਹੋਣ ਦੀ ਵੀ ਇੰਨੀ ਲੋੜ ਨਹੀਂ ਕਿ ਜਿਸ ਤਰ੍ਹਾਂ ਇੱਕ ਡਰ ਪੈਦਾ ਹੋ ਗਿਆ ਸੀ ਲੋਕਾਂ ਦੇ ਵਿੱਚ ਕਿ ਕਰੋਨਾ ਜਿਹੜੀ ਹੈ ਇਹਦੇ ਨਾਲ ਛੂਤ ਦੀ ਬਿਮਾਰੀ ਹੈ, ਇਹ ਹੋ ਜਾਏਗਾ। ਕਿਉਂਕਿ ਮੈਂ ਆਪਣੀ ਐਗਜ਼ਾਮਪਲ ਦਿੰਦੀ ਹਾਂ, ਜਦੋਂ ਮੇਰੇ ਹਸਬੈਂਡ ਵੀ ਇਵਨ ਕਿਡਨੀ ਦੇ ਪੇਸ਼ੈਂਟ ਨੇ ਔਰ ਉਹਨਾਂ ਦਿਨਾਂ ਦੇ ਵਿੱਚ ਉਹ ਬਹੁਤ ਜ਼ਿਆਦਾ ਪ੍ਰੋਬਲਮ 'ਚ ਸੀ, ਮੈਨੂੰ ਬਹੁਤ ਫੋਨ ਆਉਂਦੇ ਸੀ ਕਿ ਮੈਡਮ ਤੁਸੀਂ ਆਰਾਮ ਨਾਲ ਘਰ ਬੈਠੋ, ਲੇਕਿਨ ਮੈਂ ਕਹਿੰਦੀ ਸੀ ਕਿ ਨਹੀਂ, ਇਸ ਸਮੇਂ ਲੋਕਾਂ ਨੂੰ ਮੇਰੀ ਜ਼ਰੂਰਤ ਹੈ। ਇੱਕ ਸਾਡੇ ਪਾਰਕ ਦੇ ਵਿੱਚ ਇੱਕ ਬੈਗਰ ਸੀ ਜਿਹਨੂੰ ਕਰੋਨਾ ਹੋ ਗਿਆ ਸੀ, ਕਰੋਨਾ ਨਾਲ ਉਹਦੀ ਡੈਥ ਹੋ ਗਈ ਸੀ ਔਰ ਲੋਕ ਬਹੁਤ ਡਰ ਗਏ ਕਿ ਉਹ ਸਾਡੇ ਪਾਰਕ ਦੇ ਵਿੱਚ ਬੈਠਦੀ ਵੀ ਸੀ, ਬਾਤ ਵੀ ਕਰਦੀ ਸੀ ਔਰ ਖਾਣਾ ਵੀ ਉੱਥੇ ਖਾਂਦੀ ਸੀ। ਮੈਂ ਆਪਣੇ ਬੇਟੇ ਨੂੰ ਲਿਜਾ ਕੇ ਉੱਥੇ ਸਾਰਾ ਉਹਨਾਂ ਦਾ ਸੈਨੀਟਾਈਜ਼ ਕਰਾਇਆ, ਪਾਰਕ, ਉਹਨਾਂ ਦੇ ਘਰ ਜਿੰਨੇ ਬੈਂਚਿਸ ਪਏ ਸੀ ਸਾਰੇ। ਲੋਕਾਂ ਨੂੰ ਅਵੇਅਰ ਹੋਣਾ ਬਹੁਤ ਜ਼ਰੂਰੀ ਹੈ। ਅਗਰ ਅਸੀਂ ਚਾਹੁੰਦੇ, ਦੇਖੋ ਅਗਰ ਸਾਡਾ ਬਿਜ਼ਨਸ ਨਹੀਂ ਚੱਲੇਗਾ ਉਹਦੇ ਨਾਲ ਕੀ ਹੋਏਗਾ, ਸਾਡੀ ਲੇਬਰ ਵੀ ਇਫੈਕਟ ਹੋਏਗੀ, ਰਾਸ਼ਨ ਦੀ ਪ੍ਰੋਬਲਮ ਆਏਗੀ, ਸਰਕਾਰ ਕਿੰਨਾ ਕੁ ਰਾਸ਼ਨ ਦੇ ਦੇਗੀ ਸਾਨੂੰ, ਅਸੀਂ ਦੇਖੀਏ ਤਾਂ ਕਿੰਨਾ ਕੁ ਪ੍ਰੋਵਾਈਡ ਕਰ ਸਕਦੀ। ਇਸ ਲਈ ਸਾਰਿਆਂ ਅੱਗੇ ਹੀ ਰਿਕੁਐਸਟ ਹੈ ਕਿ ਇਸ ਜੋ ਤੀਸਰੀ ਲਹਿਰ ਆ ਰਹੀ ਹੈ, ਅਸੀਂ ਉਹਦੇ ਬਚਾਅ ਦੇ ਲਈ ਸੋਸ਼ਲ ਡਿਸਟੈਂਸ ਬਣਾ ਕੇ ਰੱਖੀਏ ਤਾਂ ਜੋ ਜਿਹੜਾ ਸਾਡਾ ਬਿਜ਼ਨਸ ਹੈ ਉਹ ਐਜ਼ ਇਟ ਇਜ਼ ਚੱਲਦਾ ਰਹੇ। ਇੰਡਸਟਰੀਜ਼ ਦੇ ਵਿੱਚ ਹੈ, ਜਿਸ ਤਰ੍ਹਾਂ ਬਣਾਇਆ ਗਿਆ ਸੀ ਕਿ ਸਵੇਰੇ ਲੇਬਰ ਜਿਹੜੀ ਹੈ ਉਹ ਲੱਗ ਆ ਜਾਵੇ, ਸ਼ਾਮ ਨੂੰ ਜਿਹੜੀ ਲੇਬਰ ਹੈ ਉਹ ਲੱਗ ਆ ਜਾਵੇ, ਤਾਂ ਜਿਹੜਾ ਬਿਜ਼ਨਸ ਤੇ ਵੀ ਨਾ ਇਫੈਕਟ ਪਵੇ। ਦੂਸਰੇ ਪਾਸੇ ਅਸੀਂ ਆ ਜਾਈਏ, ਬੱਚਿਆਂ ਦਾ ਹੁਣ ਡਿਸਕਸ ਹੋ ਰਿਹਾ ਸੀ, ਉਹਦੇ ਲਈ ਅਗਰ ਘਰ ਦੇ ਵਿੱਚ ਕੋਈ ਵੀ ਕਰੋਨਾ ਦਾ ਪੇਸ਼ੈਂਟ ਹੈ, ਅਗਰ ਮਦਰ ਹੈ, ਫਾਦਰ ਹੈ, ਉਹ ਥੋੜੀ ਜਿਹੀ ਬੱਚਿਆਂ ਤੋਂ ਦੂਰੀ ਬਣਾ ਕੇ ਰੱਖਣ। ਔਰ ਮੈਂ ਹੀ ਚਾਹੂੰਗੀ ਕਿ ਸਰਕਾਰ ਤੋਂ ਜ਼ਿਆਦਾ ਸਾਨੂੰ ਪਬਲਿਕ ਨੂੰ ਅਵੇਅਰ ਹੋਣ ਦੀ ਜ਼ਰੂਰਤ ਹੈ। ਅਗਰ ਪਬਲਿਕ ਅਵੇਅਰ ਹੋ ਜਾਏਗੀ ਤੇ ਜਿਹੜਾ ਸਾਨੂੰ ਨਾ ਤੇ ਲੋਕਡਾਊਨ ਲਗਾਉਣਾ ਪਏਗਾ, ਨਾ ਹੀ ਸਾਨੂੰ ਆਪਣੀਆਂ ਜਿਹੜੀਆਂ ਦੁਕਾਨਾਂ ਨੇ ਔਰ ਇੰਡਸਟਰੀਜ਼ ਜਿਹੜੀਆਂ ਉਹਨਾਂ ਨੂੰ ਬੰਦ ਕਰਨਾ ਪਏਗਾ। ਬਹੁਤ ਬਹੁਤ ਸ਼ੁਕਰੀਆ ਅਰੁਣਾ ਅਰੋੜਾ ਜੀ, ਬਹੁਤ ਹੀ ਤੁਸੀਂ ਜਿਹੜੀ ਇੰਪੋਰਟੈਂਟ ਗੱਲਾਂ ਔਰ ਬੜੀਆਂ ਲਾਭਦਾਇਕ ਗੱਲਾਂ ਸਾਨੂੰ ਦੱਸੀਆਂ। ਦੋਸਤੋ, ਹੁਣ ਅਸੀਂ ਆਪਣੀ ਡਿਬੇਟ ਦੇ ਆਖਰੀ ਪੜਾਅ ਦੇ ਵਿੱਚ ਪਹੁੰਚ ਚੁੱਕੇ ਹਾਂ। ਲਾਸਟ ਕੁਐਸਚਨ ਜਿਹੜਾ ਹੈਗਾ ਹੈ ਉਹ ਅਸ਼ੋਕ ਜੀ ਪੁੱਛਣਗੇ। ਸਾਡੇ ਵਿੱਚ ਜਿਹੜੇ ਯੋਗਾਚਾਰਿਆ ਜੀ ਮੌਜੂਦ ਨੇ, ਮਨੀਸ਼ ਚੋਪੜਾ ਜੀ, ਉਹਨਾਂ ਦੇ ਕੋਲੋਂ। ਔਰ ਅਸ਼ੋਕ ਜੀ ਤੁਸੀਂ ਇਹਨਾਂ ਨੂੰ ਪੁੱਛੋ ਇੱਕ ਕੁਐਸਚਨ ਜਿਹੜਾ, ਤਾਂ ਕਿ ਸਾਡੇ ਜਨਤਾ ਨੂੰ, ਆਮ ਜਨਤਾ ਨੂੰ ਯੋਗ ਦੇ ਜਿਹੜੇ ਇਹਦੇ ਕਰੋਨਾ ਦੇ ਨਾਲ जो चीज़ें हैगी ਉਹਦੇ ਬਾਰੇ पता चल सके। जी, कोरोना महामारी के जैसे ही फैली है उसके बाद यानी कि 1.5-2 साल के अंदर यानी बाबा रामदेव ने जो 4-5-10 साल में जितना प्रचार प्रसार नहीं किया होगा उससे ज़्यादा अवेयरनेस जो है कोरोना ने लोगों को कर दिया और योगा का काफ़ी अच्छा रोल रहा है। ठीक है, अब सवाल उठता है कि बॉडी की इम्यून पावर को बढ़ाने के लिए योगा में कोई एक छोटा सा कोई टिप्स हो वो बताएं कि ताकि लोगों को पता लग सके कि क्या है, कि किस तरीके से बॉडी की इम्यून हम बढ़ा सकते हैं या कुछ खान पान में सुधार करके और बॉडी की इम्यून को कंट्रोल कर सकते हैं। ਤੁਸੀਂ ਬਿਲਕੁਲ ਠੀਕ ਕਿਹਾ ਜੀ। ਜਿਸ ਤਰ੍ਹਾਂ ਕਿ ਸਾਡੇ ਸਾਰੇ ਡਾਕਟਰਸ ਪੈਨਲ ਨੇ ਦੱਸਿਆ ਕਿ ਜਿਹੜਾ ਕਰੋਨਾ ਹੈ ਉਹ ਜ਼ਿਆਦਾ ਉਹਨਾਂ ਨੂੰ ਇਫੈਕਟ ਕੀਤਾ ਹੈ ਜਾਂ ਉਹਨਾਂ ਨੇ ਜ਼ਿਆਦਾ ਸਫਰ ਕੀਤਾ ਹੈ ਜਿਨ੍ਹਾਂ ਦੀ ਇਮਿਊਨਿਟੀ ਵੀਕ ਸੀਗੀ। ਤੇ ਇਹ ਕਰੋਨਾ ਮਹਾਮਾਰੀ 'ਚ ਦੇਖਿਆ ਗਿਆ ਕਿ ਜਿਹੜੇ ਬੰਦਿਆਂ ਦੀ ਇਮਿਊਨਿਟੀ ਵੀਕ ਸੀਗੀ ਉਹਨਾਂ ਨੇ ਬਹੁਤ ਜ਼ਿਆਦਾ ਸਫਰ ਕੀਤਾ ਹੈ ਔਰ ਡੈਥਸ ਵੀ ਉਹਨਾਂ ਦੀ ਜ਼ਿਆਦਾ ਹੋਈਆਂ। ਤੇ ਯੋਗਾ ਇੱਕ ਇਸ ਤਰ੍ਹਾਂ ਦਾ ਮਾਧਿਅਮ ਹੈਗਾ ਹੈ ਕਿ ਜਿਹੜਾ ਕਿ ਤੁਹਾਡੀ ਨੈਚੁਰਲ ਇਮਿਊਨਿਟੀ ਬੂਸਟ ਕਰਦਾ ਹੈ। ਤੇ ਤੁਸੀਂ ਦੇਖਿਆ ਹੋਇਆ ਕਿ ਇਹ ਮਹਾਮਾਰੀ ਦੇ ਵਿੱਚ ਇਮਿਊਨਿਟੀ ਬੂਸਟਰਸ ਵੀ ਬਹੁਤ ਵਿਕੇ ਆ। ਆਰਟੀਫੀਸ਼ੀਅਲ ਇਮਿਊਨਿਟੀ ਬੂਸਟਰ ਸੀ ਜਿਹੜੇ ਆ ਖਾਓ ਜੀ, ਉਹ ਕਰੋ ਜੀ, ਇਹ ਕਰੋ ਜੀ, ਤੇ ਉਹ ਕਰਦੇ ਰਹੇ। ਲੇਕਿਨ ਜਿਹੜਾ ਬੈਸਟ ਹੈਗਾ ਉਹ ਹੈਗਾ ਕਿ ਆਪਣਾ ਤੁਸੀਂ ਯੋਗਾ ਕਰੋ। ਹੁਣ ਅਸੀਂ ਆਕਸੀਜਨ ਦੀ ਇੰਨੀ ਕਿੱਲਤ ਆਈ ਹੈ, ਅਸੀਂ ਦੇਖਿਆ ਹੋਏਗਾ ਹਸਪੀਟਲ 'ਚ ਇੰਨੀ ਦੇਖਿਆ, ਲੇਕਿਨ ਦੇਖੋ ਤੁਸੀਂ ਯੋਗਾ ਜਿਹੜਾ ਹੈਗਾ ਉਹ ਤੁਹਾਨੂੰ ਨੈਚੁਰਲ ਆਕਸੀਜਨ ਦਿੰਦਾ ਹੈ। ਤੁਸੀਂ ਖੁੱਲ੍ਹੇ 'ਚ ਪਾਰਕ 'ਚ ਆਓ, ਅਸੀਂ ਆਪਣੀ ਨੈਚੁਰਲ ਆਕਸੀਜਨ ਛੱਡ ਕੇ ਅਸੀਂ
ਇੱਥੇ ਹਸਪੀਟਲ 'ਚ ਜਾ ਰਹੇ ਹਾਂ, ਆਕਸੀਜਨ ਦੇ ਸਿਲੰਡਰ ਲੈ ਰਹੇ ਹਾਂ, ਔਰ ਜਿਹੜੀ ਕਿ ਸਾਨੂੰ ਪਾਰਕ 'ਚ ਸਾਨੂੰ ਨੈਚੁਰਲ ਆਕਸੀਜਨ ਮਿਲ ਸਕਦੀ ਹੈ। ਤੇ ਔਰ ਦੂਸਰਾ ਇਹ ਦੇਖਿਆ ਗਿਆ ਕਿ ਜਿੰਨਾ ਇਹ ਸਭ ਤੋਂ ਜ਼ਿਆਦਾ ਜਿਹੜਾ ਕਰੋਨਾ ਨੂੰ ਇਫੈਕਟ ਕੀਤਾ ਹੈ, ਉਹ ਕੀਤਾ ਹੈ ਲੰਗਸ ਦੇ ਉੱਪਰ ਇਫੈਕਟ ਕੀਤਾ ਹੈ। ਜਿਨ੍ਹਾਂ ਦੇ ਲੰਗਸ ਵੀਕ ਸੀਗੇ, ਜਿਨ੍ਹਾਂ ਦੇ ਉਹਨਾਂ ਨੂੰ ਜ਼ਿਆਦਾ ਇਫੈਕਟ ਹੋਇਆ ਔਰ ਬਿਮਾਰੀ ਵੀ ਲੰਗਸ 'ਚ ਹੀ ਜ਼ਿਆਦਾ ਹੋਈ। ਤੇ ਇਹਦੇ ਵਾਸਤੇ ਯੋਗਾ 'ਚ ਤੁਸੀਂ ਦੇਖੋਗੇ ਪ੍ਰਾਣਾਯਾਮ ਕਰਨੇ ਜਿਹੜੇ ਆ, 3 ਪ੍ਰਾਣਾਯਾਮ ਜਿਹੜੇ ਤੁਸੀਂ ਮੇਰੇ ਹਿਸਾਬ ਨਾਲ ਕਰੋਗੇ, ਇੱਕ ਕਪਾਲਭਾਤੀ, ਭਸਤ੍ਰਿਕਾ ਔਰ ਅਨੁਲੋਮ ਵਿਲੋਮ। ਅਗਰ ਇਹ ਤੁਸੀਂ ਕਰਦੇ ਰਹੋਗੇ ਤਾਂ ਮੈਂ ਤੁਹਾਨੂੰ ਗਰੰਟੀ ਕਰਨਾ ਕਿ ਕਰੋਨਾ ਜਿੰਨਾ ਵੀ ਮਰਜ਼ੀ ਸਵੀਅਰ ਹੋਵੇ ਤੁਹਾਨੂੰ ਕਦੀ ਨਹੀਂ ਉਹ ਇਫੈਕਟ ਕਰੇਗਾ। ਇਹ ਤੁਹਾਡੇ ਲੰਗ ਸਟਰੋਂਗ ਹੋਣਗੇ ਤੇ ਉਹਦੇ ਨਾਲ ਤੁਹਾਡਾ ਰਹੇਗਾ। ਤੇ ਬਸ ਇਹੀ ਮੇਰਾ ਮੈਸੇਜ ਹੈ ਜੀ। ਬਹੁਤ ਬਹੁਤ ਸ਼ੁਕਰੀਆ ਮਨੀਸ਼ ਜੀ। ਸ਼੍ਰੀਮਨ ਹਸਪੀਟਲ ਤੋਂ ਖਾਸ ਤੌਰ ਤੇ ਜੇਬੀ ਜੀ ਦੇ ਸੱਦੇ ਦੇ ਉੱਪਰ ਆਏ ਡਾਕਟਰ ਅਰੁਣ ਲਖਨਪਾਲ ਜੀ, ਡਾਕਟਰ ਨਿਧੀ ਮਲਹੋਤਰਾ ਜੀ, ਸੀਨੀਅਰ ਐਡਵੋਕੇਟ ਉਮੇਸ਼ ओरी जी, योगाचार्य योगेश जी, और ख़ास तौर पे मेरे भाभी और मेरे वड्डे भैन अरुणा अरोड़ा जी, जिहड़ा कि मैं समझदा बई ਤੁਹਾਡੇ ਵਰਗੇ ਜਿਹੜੇ ਸ਼ਖਸੀਅਤ ਨੇ, ਅਗਰ ਉਹ ਸਹੀ ਢੰਗ ਦੇ ਨਾਲ ਜਿਹੜਾ ਕੰਮ ਆਪਣੇ ਵਾਰਡ ਦੇ ਵਿੱਚ ਕਰ ਰਹੇ ਨੇ, ਜਿਹੜੀ ਜਾਗਰੂਕਤਾ ਤੁਸੀਂ ਆਪਣੇ ਵਾਰਡ ਦੇ ਵਿੱਚ, ਆਪਣੇ ਇਸ ਇਲਾਕੇ ਦੇ ਵਿੱਚ ਫੈਲਾ ਰਹੇ ਹੋ, ਮੇਰੀ ਦਿਲੀ ਇੱਛਾ ਹੈ ਵੀ ਤੁਸੀਂ ਪੂਰੇ ਜਲੰਧਰ ਦੇ ਵਿੱਚ ਇਸ ਤਰ੍ਹਾਂ ਦਾ ਹੀ ਰਿਮਾਰਕੇਬਲ ਕੰਮ ਕਰੋ, ਤਾਂ ਜੋ ਤੁਹਾਡੀ ਇਹ ਸੇਵਾਵਾਂ ਦਾ ਜਿਹੜਾ ਫਾਇਦਾ ਹੈ ਇਕੱਲੇ ਤੁਹਾਡੇ ਵਾਰਡ ਤੱਕ ਸੀਮਿਤ ਨਾ ਰਹੇ, ਪੂਰੇ ਸ਼ਹਿਰ ਵਾਸੀਆਂ ਨੂੰ ਮਿਲੇ। ਇੱਦਾਂ ਦੇ ਅਵੇਅਰਨੈਸ ਕੈਂਪਸ ਤੁਸੀਂ ਲਗਾਉਂਦੇ ਰਹੋ। ਜੇਬੀ ਸਿੰਘ ਚੌਧਰੀ ਜੀ ਜਿਹੜੇ ਕਿ ਲਾਇਨਸ ਕਲੱਬ ਦੇ ਨਾਲ ਬਹੁਤ ਪੁਰਾਣੇ ਜੁੜੇ ਹੋਏ ਨੇ, ਅੰਬੈਸਡਰ ਆਫ ਗੁੱਡਵਿਲ ਅਵਾਰਡ ਵਿਨਰ ਨੇ। ਮੇਰੀ ਤੁਹਾਨੂੰ ਵੀ ਸਰ ਇੱਕ ਬੇਨਤੀ ਹੈ, ਇਹ ਜਿਹੜਾ ਕੋਵਿਡ ਵੈਕਸੀਨੇਸ਼ਨ ਦੀ ਜਿਹੜੀ ਡਰਾਈਵ ਚੱਲ ਰਹੀ ਹੈ ਜੀ, ਇਹਦੇ ਵਿੱਚ ਤੁਸੀਂ ਕਿਰਪਾ ਕਰਕੇ ਸਰਕਾਰ ਤੇ ਪ੍ਰਸ਼ਾਸਨ ਨੂੰ ਵੱਧ ਚੜ ਕੇ ਆਪਣਾ ਸਹਿਯੋਗ ਦਿਓ, ਵੱਧ ਤੋਂ ਵੱਧ ਕੈਂਪਸ ਆਰਗੇਨਾਈਜ਼ ਕਰੋ। ਔਰ ਇਹਨਾਂ ਸ਼ਬਦਾਂ ਦੇ ਨਾਲ ਮੈਂ ਕੁਮਾਰ ਅਮਿਤ ਅੱਜ ਦੀ ਇਸ ਡਿਬੇਟ ਨੂੰ ਵਿਰਾਮ ਦਿੰਦਾ।